दोस्तों की हाल ने जी उम्मीद करदा बिल्कुल ठीक होवोगे। तो राजे अज तुहाडे वास्ते मैं जिहड़े प्रश्न लैके आए हैं वो होर टाइप नाल लैके आए। होर टाइप नाल किवें मतलब राजे जो आप पहला प्रश्न MCQ करते हुंदे सी उदों जिहड़े भी आपां नूं राजे प्रश्न आउंदे हुंदे सी ओह MCQ दी फॉर्म दे विच आउंदे हुंदे सी। MCQ दी फॉर्म दे विच की चक्कर पै जांदा सी राजे, जिहड़े इंपॉर्टेंट फैक्ट हुंदे सी ਉਹ ਨਾਲ ਐਡ ਕਰਨ ਬੰਨ੍ਹੋਂ ਰਹਿ ਜਾਂਦੇ ਸੀ। ਜਿਹੜੇ ਇੰਪੋਰਟੈਂਟ ਫੈਕਟ ਹੁੰਦੇ ਸੀ ਉਹ ਐਡ ਕਰਨ ਬੰਨ੍ਹੋਂ ਰਹਿ ਜਾਂਦੇ ਸੀ। ਠੀਕ ਹੈ ਜੀ। ਤਾਂ ਹੁਣ ਜਿਹੜੇ ਤੁਹਾਡੇ ਵਾਸਤੇ ਲੈ ਕੇ ਆਏ ਇਹਦੇ ਵਿੱਚ ਆਪਾਂ ਸਾਰੀਆਂ ਇੰਪੋਰਟੈਂਟ ਚੀਜ਼ਾਂ ਲੈ ਕੇ ਆਏ ਰਾਜੇ। ਸਾਰੇ ਬੱਚਿਆਂ ਨੇ ਜ਼ਰੂਰ ਪੜ੍ਹਨੇ ਆ ਕਰੰਟ ਅਫੇਅਰ। ਅਤੇ ਜੇ ਤੁਹਾਨੂੰ ਇਹ ਕਰੰਟ ਅਫੇਅਰਾਂ ਦਾ ਇਸ ਤਰ੍ਹਾਂ ਦਾ ਪੈਟਰਨ ਵਧੀਆ ਲੱਗਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਰਾਜੇ। ਕਿਉਂਕਿ MCQ ਦੇ ਵਿੱਚ ਪਤਾ ਕੀ ਚੱਕਰ ਪੈ ਜਾਂਦਾ, MCQ ਦੇ ਵਿੱਚ ਤੁਹਾਡੇ ਮੂਹਰੇ 4 ਆਪਸ਼ਨ ਆ ਜਾਂਦੀਆਂ। 4 ਆਪਸ਼ਨਾਂ ਕਾਰਨ ਤੁਸੀਂ ਇੱਕ ਵਾਰ ਤਾਂ ਯਾਦ ਕਰ ਲੈਂਦੇ ਹੋ, ਪਰ ਜਦੋਂ ਤੁਸੀਂ ਪੇਪਰ 'ਚ ਜਾਂਦੇ ਹੋ ਨਾ ਉਦੋਂ ਉਹ ਚੀਜ਼ ਤੁਸੀਂ ਭੁੱਲ ਜਾਂਦੇ ਹੋ, ਜਾਂ ਕਈ ਵਾਰ ਇਹ ਹੁੰਦਾ ਤੁਹਾਨੂੰ ਆਪਸ਼ਨ ਇੱਕੋ ਜਿਹੀਆਂ ਲੱਗਣ ਲੱਗ ਜਾਂਦੀਆਂ ਸਾਰੀਆਂ। ਪਰ ਜੇ ਤੁਸੀਂ ਇੱਥੇ ਇੱਕ ਸਪੈਸ਼ਲ ਪਰਪਸ ਨਾਲ ਇੱਕ ਅਲੱਗ ਜਿਹੀ ਚੀਜ਼ ਪੜ੍ਹ ਕੇ ਜਾਓਗੇ ਨਾ ਪੇਪਰ ਦੇ ਵਿੱਚ, ਤੁਹਾਨੂੰ 100% ਜਮ੍ਹਾਂ ਨਹੀਂ ਉਲਝੋਗੇ ਤੁਸੀਂ। ਤੁਹਾਡੇ ਜਿਹੜਾ ਸਾਹਮਣੇ ਆਨਸਰ ਉਸ ਨੂੰ ਸਿੱਧਾ ਪਤਾ ਲੱਗ ਜੂ ਕਿ ਆਹ ਪ੍ਰਸ਼ਨ ਦਾ ਆਨਸਰ ਹੈਗਾ। ਜਿਹੜਾ ਕੁਛ ਵੀ ਕਰ ਰਿਹਾ ਰਾਜੇ ਤੁਹਾਡੇ ਵਾਸਤੇ ਕਰ ਰਹੇ ਹਾਂ, ਐਕਸਪੀਰੀਅੰਸ ਦੇ ਹਿਸਾਬ 'ਤੇ ਕਰ ਰਹੇ ਹਾਂ, ਤਾਂ ਕਰਕੇ ਜਿਹੜੀਆਂ ਵੀ ਚੀਜ਼ਾਂ ਮੈਂ ਕਰਵਾ ਰਿਹਾ ਰਾਜੇ ਨੂੰ ਧਿਆਨ ਨਾਲ ਕਰਨਾ ਗਾ। ਠੀਕ ਹੈ। ਇਹਦੇ ਵਿੱਚ ਮੈਂ ਤੁਹਾਨੂੰ ਦੱਸੂ ਕਿਹੜੇ ਕਿਹੜੇ ਫੈਕਟ ਯਾਦ ਕਰਨੇ, ਕਿਹੜੇ ਕਿਹੜੇ ਫੈਕਟ ਤੁਸੀਂ ਯਾਦ ਨਹੀਂ ਕਰਨੇ। ਬਹੁਤ ਵਧੀਆ ਡਿਟੇਲ ਦੇ ਵਿੱਚ ਆਪਾਂ ਇਹ 1 ਤੋਂ ਲੈ ਕੇ 3 ਫਰਵਰੀ ਤੱਕ ਦੇ ਕਰੰਟ ਅਫੇਅਰ ਕਰਾਂਗੇ। 1 ਮਹੀਨੇ ਦੇ ਕਰੰਟ ਅਫੇਅਰ ਜਨਵਰੀ ਆਪਾਂ ਕੰਪਲੀਟ ਕਰ ਚੁੱਕੇ ਹਾਂ, ਅਤੇ ਉਹਦੀ ਜਿਹੜੀ ਮੈਰਾਥਨ ਕਲਾਸ ਆ ਉਹ ਵੀ ਅਪਲੋਡ ਹੋ ਚੁੱਕੀ ਹੈ। ਅਤੇ ਇਹਨਾਂ ਕਲਾਸਾਂ ਦੇ PDF ਤੁਹਾਨੂੰ ਤੀਜੇ ਜਾਂ ਚੌਥੇ ਦਿਨ ਆਪਣੇ ਟੈਲੀਗ੍ਰਾਮ ਗਰੁੱਪ ਦੇ ਉੱਤੇ ਮਿਲ ਜਾਂਦੇ ਆ। ਉਸ ਤੋਂ ਇਲਾਵਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦਾ ਇੱਕ ਅਲੱਗ ਤੋਂ ਬੈਚ ਲੈਣਾ ਚਾਹੁੰਦਾ ਰਾਜੇ, ਜਿਹਦੇ ਵਿੱਚ ਉਹਨੂੰ ਸਭ ਕੁਝ ਨਾਲ ਦੀ ਨਾਲ ਹੀ ਮਿਲੀ ਜਾਵੇ, ਤਾਂ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲੈਣੀ ਹੈ ਦੀਪ ਭੁੱਲਰ ਐਜੂਕੇਸ਼ਨ ਅਰਾ। ਇਹ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਰਾਜੇ। ਜਿਨ੍ਹਾਂ ਬੱਚਿਆਂ ਕੋਲ ਆਈਫੋਨ ਉਹਨਾਂ ਨੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ, ਅਤੇ ਉੱਥੇ ORG ਕੋਡ ਮੰਗਿਆ ਜਾਊਗਾ, ਉਹ ਫਿਲ ਕਰਨਾ XXRAM 7841485915 'ਤੇ ਮੈਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ ਜੇ ਕਿਸੇ ਕੈਂਡੀਡੇਟ ਨੂੰ ਪ੍ਰੋਬਲਮ ਆਉਂਦੀ ਹੈ। ਪਿਛਲੇ ਸਾਲ ਦੇ ਵਿੱਚ ਵੀ ਜਾਂ ਹੋਰ ਵੀ ਜਿੰਨੀਆਂ ਵੀ ਤੁਸੀਂ ਨੌਕਰੀਆਂ ਦੇ ਪੇਪਰ ਦੇਖੇ ਹੋਣਗੇ, ਆਪਣਾ ਸਿਲੇਬਸ ਰਾਜੇ ਸਭ ਤੋਂ ਜ਼ਿਆਦਾ ਉਹਨਾਂ ਦੇ ਵਿੱਚ ਆਇਆ ਹੋਇਆ। ਅਤੇ ਐਤਕੀ ਵੀ ਕਾਂਸਟੇਬਲਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਰਾਜੇ। ਇੱਕ ਵੀ ਮੈਥ ਦਾ ਪ੍ਰਸ਼ਨ, ਰੀਜ਼ਨਿੰਗ ਦਾ, GK ਦਾ ਕੁਛ ਨਹੀਂ ਆਪਾਂ ਬਾਹਰ ਆਉਣ ਦਿੰਦੇ, ਗਲਤ ਕਰ ਦੇਣੀ ਹੈ ਪੇਪਰ ਦੇ ਵਿੱਚ ਜਾ ਕੇ ਆਪਾਂ। ਠੀਕ ਹੈ ਜੀ। ਚਲੋ ਰਾਜੇ ਅੱਜ ਆਪਾਂ MCQ ਆਪਾਂ ਅੱਜ ਇਹ ਸੀਰੀਜ਼ ਸ਼ੁਰੂ ਕਰਦੇ ਨਵੀਂ। ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਣੇ ਕੋਲ ਪ੍ਰਸ਼ਨ ਆ ਗਿਆ। ਕੀ ਪ੍ਰਸ਼ਨ ਆ ਗਿਆ? ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਕੀ ਪੜ੍ਹਨਾ? ਸਭ ਤੋਂ ਪਹਿਲਾਂ ਆਪਾਂ ਤੋਂ ਪ੍ਰਸ਼ਨ ਕੀ ਪੁੱਛਿਆ ਜਾਊਗਾ? ਆਪਾਂ ਤੋਂ ਪ੍ਰਸ਼ਨ ਇਹ ਪੁੱਛਿਆ ਜਾਊਗਾ ਰਾਜੇ ਆਹ ਵਾਲਾ, ਕਹਿੰਦੇ ਲਾਈਫ ਟਾਈਮ ਅਚੀਵਮੈਂਟ ਓਨਰ। ਠੀਕ ਹੈ। ਜਿਹੜਾ UK ਵੱਲੋਂ ਪ੍ਰਦਾਨ ਕੀਤਾ ਜਾਂਦਾ ਗਾ, ਇਹ ਕਿਹਨੂੰ ਮਿਲਿਆਗਾ? ਵੈਰੀ 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 ਇੰਪੋਰਟੈਂਟ ਪ੍ਰਸ਼ਨ ਹੈ ਰਾਜੇ। ਠੀਕ ਹੈ ਜੀ। ਅਤੇ ਇਹ ਪੁੱਛਿਆ ਜਾਊਗਾ ਆਪਾਂ ਤੋਂ, ਕਹਿੰਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ UK ਵਿੱਚ ਲਾਈਫ ਟਾਈਮ ਅਚੀਵਮੈਂਟ ਓਨਰ ਪ੍ਰਦਾਨ ਕੀਤਾ ਗਿਆ ਹੈ। ਸਭ ਤੋਂ ਇੰਪੋਰਟੈਂਟ ਪ੍ਰਸ਼ਨ ਹੈ ਰਾਜੇ, ਸਭ ਤੋਂ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਆਪਾਂ ਤੋਂ ਪੁੱਛਿਆ ਜਾਣਾ ਗਾ। ਠੀਕ ਹੈ ਜੀ। ਅਤੇ ਇਸ ਤੋਂ ਸਭ ਤੋਂ ਪਹਿਲਾ ਪ੍ਰਸ਼ਨ ਬਸ ਇਹੀ ਹੋਣਾ ਕਿ ਲਾਈਫ ਟਾਈਮ ਅਚੀਵਮੈਂਟ ਓਨਰ ਹੈ ਜਿਹੜਾ UK ਵਾਲਾ। ਠੀਕ ਹੈ ਜੀ। UK ਦੇ ਵਿੱਚ ਕਿਹਨੂੰ ਦਿੱਤਾ ਗਿਆ ਰਾਜੇ? ਇਹ ਦਿੱਤਾ ਗਿਆ ਆਪਣੇ ਫਾਰਮਰ PM ਮਨਮੋਹਨ ਸਿੰਘ ਨੂੰ। ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਰਾਜੇ। ਇਹਦੇ 'ਚੋਂ ਪ੍ਰਸ਼ਨ ਡਿਟੇਲ ਆਊਗਾ। ਲਾਈਫ ਟਾਈਮ ਅਚੀਵਮੈਂਟ ਓਨਰ UK ਕਿਹਨੂੰ ਮਿਲਿਆਗਾ? ਤੁਸੀਂ ਕਹਿਣਾ ਮਨਮੋਹਨ ਸਿੰਘ ਨੂੰ। ਕਾਹਦੇ ਵਾਸਤੇ ਮਿਲਿਆ ਰਾਜੇ? ਇਹਨਾਂ ਨੇ ਇਕੋਨੋਮੀ ਦੇ ਵਿੱਚ, ਠੀਕ ਹੈ ਜੀ, ਅਤੇ ਆਪਣੀ ਪੋਲੀਟੀਸ਼ਨ ਦੇ ਵਿੱਚ ਬਹੁਤ ਵਧੀਆ ਰੋਲ ਅਦਾ ਕੀਤਾ ਸੀ, ਉਹਦੇ ਵਾਸਤੇ ਇਹਨਾਂ ਨੂੰ ਮਿਲਿਆਗਾ। ਠੀਕ ਹੈ ਜੀ। ਇਸ ਤੋਂ ਬਾਅਦ ਇੱਕ ਪ੍ਰਸ਼ਨ ਉਸ ਤੋਂ ਹੋਰ ਵੀ ਪੁੱਛਿਆ ਜਾ ਸਕਦਾ ਗਾ। ਉਹ ਕੀ ਪੁੱਛਿਆ ਜਾ ਸਕਦਾ ਰਾਜੇ? ਉਹ ਪੁੱਛਿਆ ਜਾ ਸਕਦਾ ਇਹ ਨੈਸ਼ਨਲ ਇੰਡੀਅਨ ਸਟੂਡੈਂਟ ਐਂਡ ਅਲੂਮਨੀ ਯੂਨੀਅਨ UK ਵੱਲੋਂ ਨਵੀਂ ਦਿੱਲੀ ਵਿੱਚ ਉਹਨਾਂ ਨੂੰ ਸੌਂਪਿਆ ਗਿਆ ਸੀ। ਇਹ ਤੁਸੀਂ ਯਾਦ ਨਹੀਂ ਕਰਨਾ, ਆਹ ਜ਼ਰੂਰ ਯਾਦ ਕਰ ਲਓ। ਜਿਸ ਤੋਂ ਪੁੱਛਿਆ ਕਿ ਲਿਵਿੰਗ ਲੈਜੈਂਡ ਓਨਰ ਕਿਹਨੂੰ ਮਿਲਿਆ ਹੋਇਆ? ਇਹ ਮਿਲਿਆ ਹੋਇਆ ਗਾ ਕਰਨ ਨੂੰ। ਅਤੇ ਓਪੋਜੀਸ਼ਨ ਪਾਰਟੀ ਵਿੱਚ MP ਵਰਿੰਦਰ ਸ਼ਰਮਾ ਨੂੰ ਮਿਲਿਆ ਹੋਇਆ। ਠੀਕ ਹੈ ਜੀ। ਜੇ ਪੁੱਛ ਲਿਆ ਉਹਨਾਂ ਨੇ ਲਿਵਿੰਗ ਲੈਜੈਂਡ ਓਨਰ। ਇਸ ਤੋਂ ਬਾਅਦ ਐਂਡ ਵਾਲਾ ਆਊਟਸਟੈਂਡਿੰਗ ਅਚੀਵ ਦੇ ਵਿੱਚ ਕਿਹਨੂੰ ਮਿਲਿਆਗਾ? ਪ੍ਰਨੀਤੀ ਰਾਘਵ, ਆਧਾਰ ਪੂਨਵਾਲਾ, ਅਦਿਤੀ ਚੌਹਾਨ। ਠੀਕ ਹੈ। ਇਹਨਾਂ ਸਾਰਿਆਂ ਦੇ ਵਿੱਚੋਂ ਦਾ ਜਿਹੜਾ ਮੇਨ ਇੰਪੋਰਟੈਂਟ ਹੈਗਾ ਉਹ ਨੰਬਰ ਹੈਗਾ ਪਹਿਲਾ ਨੰਬਰ ਆਪਸ਼ਨ। ਜਿਸ ਤੋਂ ਪੁੱਛ ਰਹੇ ਕਿ ਲਾਈਫ ਟਾਈਮ ਅਚੀਵਮੈਂਟ ਓਨਰ ਕਿਹਨੂੰ ਮਿਲਿਆ UK, ਤਾਂ ਇਹ ਤੁਸੀਂ ਕਹਿਣਾ ਮੋਹਨ ਸਿੰਘ ਨੂੰ ਮਿਲਿਆ। ਬਾਕੀਆਂ ਦੇ ਵਿੱਚ ਤੁਸੀਂ ਯਾਦ ਕਰਨਾ ਗਾ ਆਹ ਵਾਲਾ। ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਕੀ ਕਹਿ ਰਹੇ ਇਹਦੇ ਵਿੱਚ ਕੀ ਯਾਦ ਕਰਨਾ? ਇਹ ਪਤਾ ਹੀ ਪੁੱਛਿਆ ਜਾਊਗਾ ਕਿ UPSC ਦਾ ਰਾਜੇ ਨਵਾਂ DCGI ਕਿਹਨੂੰ ਲਾਤਾ? ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਆ ਰਾਜੇ। ਪੇਪਰ ਦੇ ਵਿੱਚ ਤੁਹਾਨੂੰ ਪ੍ਰਸ਼ਨ ਆਊਗਾ, ਮੈਂ ਤੁਹਾਨੂੰ ਤਾਂ ਕਰਵਾ ਰਿਹਾ ਇਸ ਤਰ੍ਹਾਂ ਦੇ ਤਰੀਕੇ ਨਾਲ ਕਿ ਆਪਸ਼ਨਾਂ ਦੇ ਵਿੱਚ ਤੁਸੀਂ ਉਲਝੇ ਜਾਂਦੇ ਹੁੰਦੇ। ਸਿਰਫ ਉਹੀ ਚੀਜ਼ ਯਾਦ ਕਰੋ ਰਾਜੇ ਜਿਹੜੀ ਮੈਂ ਤੁਹਾਨੂੰ ਕਰਵਾ ਰਿਹਾ, ਚੰਗੀ ਤਰ੍ਹਾਂ ਵਾਰੀ ਰਿਵੀਜ਼ਨ ਕਰੋ। ਠੀਕ ਹੈ ਰਾਜੇ। ਕੀ ਹੁੰਦਾ ਰਾਜੇ ਦੱਸੋ? ਇਹ DGCI ਕੀ ਹੁੰਦਾ? ਇਹ ਹੁੰਦਾ ਰਾਜੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ। ਠੀਕ ਹੈ ਰਾਜੇ। UPSC ਨੇ ਰეკਮੈਂਡ ਕੀਤਾ। UPSC ਨੇ ਨਵੇਂ DGI ਵੱਲੋਂ ਰਾਜੀਵ ਸਿੰਘ ਰਘੂਵੰਸ਼ੀ ਦੀ ਸਿਫਾਰਿਸ਼ ਕੀਤੀ ਹੈ। ਵੈਰੀ ਇੰਪੋਰਟੈਂਟ। UPSC ਨੇ ਕਿਹਦੀ ਸਿਫਾਰਿਸ਼ ਕੀਤੀ ਹੈ? DCGI ਵੱਲੋਂ ਰਾਜੀਵ ਸਿੰਘ ਰਘੂਵੰਸ਼ੀ ਦੀ ਸਿਫਾਰਿਸ਼ ਕੀਤੀ ਹੈ ਰਾਜੇ। ਵੈਰੀ ਇੰਪੋਰਟੈਂਟ ਪੁੱਛਿਆ ਜਾਊਗਾ ਕਿ ਰਾਜੀਵ ਸਿੰਘ ਰਘੂਵੰਸ਼ੀ ਨੇ ਨਵੇਂ DCGI ਬਣਾਇਆ। ਇਹਨਾਂ ਤੋਂ ਪਹਿਲਾਂ ਕੌਣ ਹੁੰਦੇ ਸੀ? ਇਹਨਾਂ ਤੋਂ ਪਹਿਲਾਂ ਹੁੰਦੇ ਸੀ ਡਾਕਟਰ BG ਸੋਮਾਨੀ। ਜਿਹੜੇ ਰੈੱਡ ਕੀਤੇ ਹੋਏ ਰਾਜੇ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ। ਠੀਕ ਹੈ ਜੀ।
ਇਸ ਤੋਂ ਬਾਅਦ ਆਪਾਂ ਅਗਲੇ ਤੇ ਆ ਗਏ। ਅਗਲੇ ਦੇ ਵਿੱਚ ਆਪਾਂ ਤੋਂ ਕੁਝ ਨਹੀਂ ਪੁੱਛਿਆ ਜਾਊਗਾ, ਆਪਾਂ ਤੋਂ ਸਿਰਫ ਇਹੀ ਪੁੱਛਿਆ ਜਾਊਗਾ ਰਾਜੇ ਕਿ ਕ੍ਰਿਟੀਕਲ ਐਂਡ ਅਮਰਜਿੰਗ ਟੈਕਨੋਲੋਜੀ ਦੇ ਵਿੱਚ, ਠੀਕ ਹੈ ਰਾਜੇ, ਕਿਹੜੇ ਦੇਸ਼ਾਂ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ ਹੈ? ਤਾਂ USA ਤੇ ਇੰਡੀਆ ਨੇ ਕੀਤੀ ਹੈ। ਵੈਰੀ ਵੈਰੀ ਇੰਪੋਰਟੈਂਟ। ਸੋ ਤੋਂ ਇਹੀ ਪ੍ਰਸ਼ਨ ਪੁੱਛਿਆ ਜਾਊਗਾ ਕਿ ਜਾਂ ਇਹ ਪੁੱਛਿਆ ਜਾਊਗਾ ਕਿ USA ਨੇ ਕ੍ਰਿਟੀਕਲ ਐਂਡ ਅਮਰਜਿੰਗ ਟੈਕਨੋਲੋਜੀ ਜਿਹੜੀ ਲਾਂਚ ਕੀਤੀ ਉਹ 'ਚ ਕਿਹੜੇ ਦੇਸ਼ ਨਾਲ ਮਤਲਬ ਉਹ ਕੀਤਾ ਗਾ, ਟਾਈ ਅਪ ਕੀਤਾ ਗਾ? ਤਾਂ ਇੰਡੀਆ ਕਹਿਣਾ। ਕਈ ਵਾਰੀ ਸੋ ਤੋਂ ਪ੍ਰਸ਼ਨ ਇਹ ਵੀ ਪੁੱਛ ਸਕਦਾ ਕਿ ਇੰਡੀਆ ਨੇ ਕ੍ਰਿਟੀਕਲ ਐਂਡ ਅਮਰਜਿੰਗ ਟੈਕਨੋਲੋਜੀ ਲਾਂਚ ਕੀਤੀ ਹੈ, ਉਹਦੇ 'ਚ ਕਿਹੜੇ ਦੇਸ਼ ਦੇ ਨਾਲ ਸੰਬੰਧ ਬਣਾਏ ਇਹਨਾਂ ਨੇ? USA ਦੇ ਨਾਲ। ਤਾਂ ਪ੍ਰਸ਼ਨ ਸੋ ਤੋਂ ਜਿਵੇਂ ਮਰਜ਼ੀ ਪੁੱਛ ਸਕਦੇ ਆ। ਇਸ ਤੋਂ ਬਾਅਦ ਆਹ ਪ੍ਰਸ਼ਨ ਰਾਜੇ ਇਹਦੇ ਨਾਲ ਦਾ ਹੀ ਆ, ਪਰ ਇਹਦੇ ਵਿੱਚ ਸਿਰਫ ਤੁਸੀਂ ਇੱਕ ਰੈੱਡ ਕਲਰ ਵਾਲੀ ਚੀਜ਼ ਹੀ ਯਾਦ ਕਰਨੀ ਹੈ। ਕਹਿੰਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕੌਣ ਆਪਣਾ? ਪ੍ਰਸ਼ਨ ਇੱਥੋਂ ਪੁੱਛਿਆ ਜਾ ਸਕਦਾ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕੌਣ ਆਪਣਾ? ਇਹ ਹੈਗਾ ਅਜੀਤ ਦੋਵਾਲ। ਇਹ ਪ੍ਰਸ਼ਨ ਬਣ ਸਕਦਾ। ਬਸ ਆਹੀ ਚੀਜ਼ਾਂ ਦੇ ਬਾਰੇ ਨੇ ਰਾਜੇ, ਨਵੀਂ ਚੀਜ਼ ਲੈ ਕੇ ਆਏ ਮੈਂ ਇਹ, ਤਾਂ ਇਹ ਚੀਜ਼ਾਂ ਜ਼ਰੂਰ ਯਾਦ ਕਰ ਲਿਓ, ਠੀਕ ਹੈ ਜੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਅਤੇ ਉਸਦੇ ਅਮਰੀਕੀ ਹਮਰੁਤਬਾ ਜੈਕ ਸੁਲੀਵਨ ਨੇ ਕ੍ਰਿਟੀਕਲ ਐਂਡ ਅਮਰਜਿੰਗ ਟੈਕਨੋਲੋਜੀ, ਜਿਹਨੂੰ ਆਪਾਂ ICET ਇਨੋਵੇਸ਼ਨ ਬ੍ਰਿਜ ਤੇ ਅਮਰੀਕੀ ਭਾਰਤ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਹ ਤੁਸੀਂ ਕੁਛ ਨਹੀਂ ਯਾਦ ਕਰਨਾ ਬਸ ਰਾਜੇ, ਇੱਕ ਤਾਂ ਤੁਸੀਂ ਦੇਖਣਾ ਹੈਗਾ ਕ੍ਰਿਟੀਕਲ ਐਂਡ ਅਮਰਜਿੰਗ ਟੈਕਨੋਲੋਜੀ ਵਿੱਚ ਕਿਹੜੇ ਕਿਹੜੇ ਦੇਸ਼ ਹੈਗੇ? USA ਤੇ ਇੰਡੀਆ ਹੈਗਾ, ਠੀਕ ਹੈ ਰਾਜੇ। ਦੂਸਰਾ ਸਭ ਤੋਂ ਬਸ ਇਹ ਪੁੱਛਿਆ ਜਾ ਸਕਦਾ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕੌਣ ਆਪਣਾ? ਅਜੀਤ ਦੋਵਾਲ। ਇਹ ਦੋ ਚੀਜ਼ਾਂ ਯਾਦ ਕਰਨੀਆਂ ਇਹਦੇ ਵਿੱਚ ਤੁਸੀਂ, ਠੀਕ ਹੈ ਜੀ। ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਜਿਹੜੀ ਆਪਣੀ ਪਹਿਲੀ G20 ਦੀ ਮੀਟਿੰਗ ਹੋਈ ਹੈ ਕਾਹਦੇ ਵਾਸਤੇ? ਐਜੂਕੇਸ਼ਨ ਵਰਕਿੰਗ ਵਾਸਤੇ, ਠੀਕ ਹੈ ਰਾਜੇ। ਫਸਟ G20 ਦੀ ਜਿਹੜੀ ਮੀਟਿੰਗ ਹੋਈ ਹੈ ਐਜੂਕੇਸ਼ਨ ਵਰਕਿੰਗ ਵਾਸਤੇ, ਇਹ ਕਿੱਥੇ ਹੋਈ ਹੈ? ਇਹ ਹੋਈ ਹੈ ਚੇਨਈ ਦੇ ਵਿੱਚ। ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਇੱਕ ਤਾਂ ਇਹ ਬਣ ਗਿਆ। ਦੂਜਾ ਆਪਣੇ ਵੱਲੋਂ ਕੌਣ ਗਿਆ ਸੀ ਇਹ ਮੀਟਿੰਗ ਦੇ ਵਿੱਚ ਉਦਘਾਟਨ ਕਰਨ ਵਾਸਤੇ? ਆਪਣੇ ਵੱਲੋਂ ਗਿਆ ਸੀ ਰਾਜੇ ਆਪਣਾ ਕਿਹੜਾ? ਇਨਫੋਰਮੇਸ਼ਨ ਐਂਡ ਬਰੋਡਕਾਸਟ ਮਿਨਿਸਟਰ ਡਾਕਟਰ L ਮਾਰੂਗਨ। ਵੈਰੀ ਵੈਰੀ ਇੰਪੋਰਟੈਂਟ, ਇਹ ਦੋਨੇ ਫੈਕਟ ਮਜ਼ਬੂਤ ਹੈ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਉਸ ਤੋਂ ਪੁੱਛਿਆ ਜਾਊਗਾ ਰਾਜੇ, ਠੀਕ ਹੈ ਜੀ। ਬਾਇਓ ਏਸ਼ੀਆ 2023 ਹੈ ਜਿਹੜੀ ਰਾਜੇ, ਇਹਦੇ ਵਿੱਚ ਕਿਹੜੀ ਕੰਟਰੀ ਪਾਰਟਨਰ ਬਣੀ ਆਪਣੀ? ਠੀਕ ਹੈ ਰਾਜੇ। ਤਾਂ ਇਹਦੇ ਵਿੱਚ ਤੁਸੀਂ ਕਹਿਣਾ ਕਿ UK ਬਾਇਓ ਏਸ਼ੀਆ 2023 ਵਿੱਚ ਕੀ ਬਣ ਗਿਆ? ਪਾਰਟਨਰ ਬਣੇਗਾ। ਬਾਇਓ 2023 ਵਿੱਚ ਕਿਹੜਾ ਦੇਸ਼ ਪਾਰਟਨਰ ਬਣੂਗਾ? ਤੁਸੀਂ ਕਹਿਣਾ UK ਪਾਰਟਨਰ ਬਣੂਗਾ, ਠੀਕ ਹੈ। ਇੰਨਾ ਯਾਦ ਕਰ ਲਓ ਰਾਜੇ। ਕਹਿਮਾ ਸੰਸਕਰਨ ਹੋ ਰਿਹਾ ਇਸ ਵਾਰ, ਬੀਮਾ ਸੰਸਕਰਨ ਹੋ ਰਿਹਾ, ਬਸ ਇੰਨਾ ਯਾਦ ਕਰ ਲਓ। ਬਾਇਓ ਏਸ਼ੀਆ ਦਾ, ਬਾਇਓ ਦਾ ਮਤਲਬ ਕੀ ਹੈਗਾ ਕਿ ਬਾਇਓ ਤੋਂ ਚੱਲਣ ਵਾਲੀਆਂ ਚੀਜ਼ਾਂ ਦਾ ਉਹ ਕਰਨਾ ਆਪਾਂ, ਠੀਕ ਹੈ। ਇਸ ਤੋਂ ਬਾਅਦ ਰਾਜੇ ਇਸ ਤੋਂ ਪੁੱਛਿਆ ਜਾ ਸਕਦਾ ਕਿ ਜਿਹੜਾ ਬਾਇਓ ਏਸ਼ੀਆ ਦਾ ਥੀਮ ਕੀ ਹੈਗਾ? ਠੀਕ ਹੈ ਰਾਜੇ, ਇਹਦਾ ਥੀਮ ਹੈਗਾ ਐਡਵਾਂਸ ਫॉर वन ਸ਼ੇਪਿੰਗ ਦਾ ਨੈਕਸਟ ਜਨਰੇਸ਼ਨ ਆਫ ਦਾ ਹਿਊਮਨਾਈਜ਼ਰ ਹੈਲਥ ਕੇਅਰ। ਹੁਣ ਇਹ ਨਾ ਕਹਿ ਦਿਓ ਕਿ ਆ ਪੰਜਾਬੀ ਦੇ ਵਿੱਚ ਲਿਖ ਦਿਓ, ਇਸ ਨੂੰ ਇੰਗਲਿਸ਼ ਦੇ ਵਿੱਚ ਹੀ ਆਊਗਾ, ਠੀਕ ਹੈ। ਉਹਦਾ ਮਤਲਬ ਹੈਗਾ ਗਾ, ਠੀਕ ਹੈ ਜੀ, वन ਹੈਲਥ। ਇਹਦਾ ਦਾ ਮਤਲਬ ਹੈਗਾ ਨੈਕਸਟ ਜਨਰੇਸ਼ਨ ਹੈਲਥ, ਤੇ ਈ ਦਾ ਮਤਲਬ ਹੈਗਾ ਇਕੁਐਲਿਟੀ, ਠੀਕ ਹੈ ਜੀ। ਇਹ ਮਤਲਬ ਹੈ ਇਹਦਾ। ਵੈਰੀ ਵੈਰੀ ਇੰਪੋਰਟੈਂਟ। ਬਾਕੀ ਸੋ ਤੋਂ ਪੁੱਛਿਆ ਜਾ ਸਕਦਾ ਕਿ ਜਿਹੜੀ ਬਾਇਓ ਏਸ਼ੀਆ ਦੀ ਮੀਟਿੰਗ ਹੋਣੀ ਹੈ ਰਾਜੇ, ਠੀਕ ਹੈ ਜੀ, ਇਹ ਕਿੱਥੇ ਹੋਣੀ ਹੈ? ਇਹ ਆਰਗੇਨਾਈਜੇਸ਼ਨ ਇਹ ਹੋਣੀ ਹੈ ਹੈਦਰਾਬਾਦ ਤੇਲੰਗਾਨਾ ਦੇ ਵਿੱਚ। ਵੈਰੀ ਵੈਰੀ ਇੰਪੋਰਟੈਂਟ ਰਾਜੇ। ਇਹ ਪ੍ਰਸ਼ਨ ਵੀ ਸੋ ਤੋਂ 100% ਪੁੱਛਿਆ ਜਾਊਗਾ ਕਿ ਬਾਇਓ ਏਸ਼ੀਆ 2023 ਦੇ ਵਿੱਚ ਕਿਹੜਾ ਦੇਸ਼ ਭਾਗ ਲੈ ਰਿਹਾ ਹੈ? UK, ਠੀਕ ਹੈ ਜੀ। ਬਾਇਓ ਏਸ਼ੀਆ 2023 ਦੀ ਮੀਟਿੰਗ ਕਿੱਥੇ ਹੋ ਰਹੀ ਹੈ? ਹੈਦਰਾਬਾਦ ਤੇਲੰਗਾਨਾ ਦੇ ਵਿੱਚ। ਇੱਥੋਂ ਪ੍ਰਸ਼ਨ ਬਣਨਗੇ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਇੰਨਾ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਜ਼ਿਆਦਾ। ਕਹਿੰਦੇ ਜਿਹੜੀ ਸਭ ਤੋਂ ਪਹਿਲਾ ਪ੍ਰਸ਼ਨ ਇਹੀ ਬਣੂਗਾ, ਜਿਹੜੀ ਆਹ ਹਾਈਫਾ ਪੋਰਟ ਆ ਰਾਜੇ, ਹਾਈਫਾ ਪੋਰਟ ਇਹ ਕਿੱਥੋਂ ਦੀ ਪੋਰਟ ਹੈ? ਦੇਖੋ ਲਿਖਿਆ ਹੋਇਆ ਅਡਾਨੀ ਗਰੁੱਪ ਨੇ ਰਣਨੀਤਿਕ ਇਜ਼ਰਾਈਲੀ ਬੰਦਰਗਾਹ ਹਾਈਫਾ ਨੂੰ 1.2 ਬਿਲੀਅਨ ਦੇ ਵਿੱਚ ਅਮਰੀਕੀ ਡਾਲਰਾਂ ਵਿੱਚ ਹਾਸਲ ਕਰ ਲਿਆ ਗਿਆ। ਹੁਣ ਸਭ ਤੋਂ ਪਹਿਲਾਂ ਤਾਂ ਇਹ ਪ੍ਰਸ਼ਨ ਬਣੂਗਾ ਜਿਹੜੀ ਹਾਈਫਾ ਪੋਰਟ ਹੈ ਖਰੀਦੀ ਕਿਹਨੇ ਹੈ? ਇਹ ਤੁਸੀਂ ਕਹਿੰਦੇ ਅਡਾਨੀ ਗਰੁੱਪ ਨੇ ਖਰੀਦੀ ਹੈ। ਦੂਜਾ ਪ੍ਰਸ਼ਨ ਬਣਦਾ ਕਿੰਨੇ ਦੇ ਵਿੱਚ ਖਰੀਦੀ ਹੈ? ਤੁਸੀਂ ਕਹਿੰਦੇ 1.2 ਬਿਲੀਅਨ ਦੇ ਵਿੱਚ ਖਰੀਦੀ ਹੈ। ਦੇਖੋ ਦੋ ਪ੍ਰਸ਼ਨ ਬਣਾਈ ਜਾਂਦੇ ਆ ਹੁਣ ਆਪਾਂ, ਠੀਕ ਹੈ ਰਾਜੇ। ਇਹ ਖਰੀਦੀ ਕਿੱਥੋਂ ਦੀ ਪੋਰਟ ਹੈ? ਇਹ ਇਜ਼ਰਾਈਲ ਦੀ ਪੋਰਟ ਹੈਗੀ, ਠੀਕ ਹੈ, ਇਜ਼ਰਾਈਲ ਦੀ ਪੋਰਟ ਹੈ, ਠੀਕ ਹੈ ਜੀ। ਵੈਰੀ ਵੈਰੀ ਇੰਪੋਰਟੈਂਟ ਹੈ। ਇੱਕ ਚੀਜ਼ ਯਾਦ ਰੱਖਣੀ ਹੈ ਜਿਸ ਤੋਂ ਪੁੱਛਿਆ ਸਰ ਇਜ਼ਰਾਈਲ ਦਾ PM ਕੌਣ ਹੈ? ਤੁਸੀਂ ਕਹਿਣਾ ਬੈਂਜਾਮਿਨ ਨਤਾਨਯਾਹੂ। ਇਹ ਇਜ਼ਰਾਈਲ ਦਾ PM ਹੈ। ਜਦੋਂ ਇਹ ਖਰੀਦੀ ਗਈ ਹੈ ਰਾਜੇ ਉਦੋਂ ਇਹ ਮੌਜੂਦ ਸੀ ਉੱਥੇ, ਇਜ਼ਰਾਈਲ ਦਾ PM, ਠੀਕ ਹੈ ਜੀ। ਹੁਣ ਕਿਹੜੇ ਫੈਕਟ ਬਣ ਗਏ ਇਹਦੇ ਵਿੱਚੋਂ? ਇੱਕ ਤਾਂ ਬਣ ਗਿਆ ਅਡਾਨੀ ਗਰੁੱਪ ਨੇ ਕੀ ਖਰੀਦਿਆ? ਹਾਈਫਾ ਪੋਰਟ। ਕਿੰਨੇ 'ਚ ਖਰੀਦੀ ਹੈ? 1.2 ਬਿਲੀਅਨ ਦੇ ਵਿੱਚ। ਕਿੰਨਾਂ ਤੋਂ ਖਰੀਦੀ ਹੈ? ਇਜ਼ਰਾਈਲ ਦੀ ਪੋਰਟ ਹੈ ਇਹ ਹਾਈਫਾ ਪੋਰਟ, ਠੀਕ ਹੈ ਜੀ। ਇਜ਼ਰਾਈਲ ਦਾ PM ਕੌਣ ਹੈਗਾ? ਬੈਂਜਾਮਿਨ ਨਤਾਨਯਾਹੂ। ਦੇਖੋ ਜੀ ਕਿੰਨੇ ਪ੍ਰਸ਼ਨ ਬਣ ਗਏ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਸੋਚੋ ਸਿਰਫ ਇੰਨੀ ਪੁੱਛਿਆ ਜਾਊਗਾ ਕਿ ਪੇ ਐਜ਼ ਯੂਅਰ ਡਰਾਈਵ, ਪੇ ਐਜ਼ ਯੂਅਰ ਡਰਾਈਵ ਹੈ ਜਿਹੜੀ ਪੋਲਿਸੀ ਹੈ ਰਾਜੇ, ਇਹ ਕਿਹਨੇ ਲਾਂਚ ਕੀਤੀ ਹੈ? ਤੁਸੀਂ ਕਹਿੰਦੇ ਨਿਊ ਇੰਡੀਆ ਇੰਸ਼ੋਰੈਂਸ ਨੇ ਲਾਂਚ ਕੀਤੀ ਹੈ। ਵੈਰੀ ਵੈਰੀ ਇੰਪੋਰਟੈਂਟ, ਜਿਹਨੂੰ ਆਪਾਂ ANIA ਵੀ ਕਹਿ ਦਿੰਦੇ ਹਾਂ। ਨਿਊ ਇੰਡੀਆ ਇੰਸ਼ੋਰੈਂਸ ਪੋਲਿਸੀ ਨੇ ਆਹ ਚੀਜ਼ ਲਾਂਚ ਕੀਤੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆਪਣੇ ਕੋਲ ਆ ਰਿਹਾ ਹੈਗਾ, ਕਹਿੰਦੇ ਨੰਬਰ ਆਫ ਮਾਈਕਰੋ ATM ਇਨਕਰੀਜ਼ ਕਰੋ, ਵੱਧ ਤੋਂ ਵੱਧ ਜਿਹੜੇ ਛੋਟੇ ATM ਉਹਨਾਂ ਨੂੰ ਹੋਰ ਵੀ ਇਨਕਰੀਜ਼ ਕਰਨਾ ਗਾ। ਇਹ 2022 ਦੇ ਵਿੱਚ ਨਾਰਾ ਕਿਹਨੇ ਲਾਇਆ ਗਾ? RBI ਨੇ ਇਹ ਗੱਲ ਕਹੀ ਹੈ।
ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਰਿਹਾ ਰਾਜੇ ਬਹੁਤ ਜ਼ਿਆਦਾ ਇੰਪੋਰਟੈਂਟ, ਕਹਿੰਦੇ ਇੰਡੀਆ ਇਜ਼ ਸੋਲਰ ਮੋਡਿਊਲ ਫੈਕਚਰਿੰਗ ਕਪੈਸਿਟੀ 95 ਗੀਗਾਵਾਟ। ਕਹਿੰਦੇ ਭਾਰਤ ਦੀ ਜਿਹੜੀ ਸੋਲਰ ਮੋਡਿਊਲ ਦੀ ਸਮਰੱਥਾ ਰਾਜੇ ਕਹਿੰਦੇ ਆਪਾਂ 95 ਗੀਗਾਵਾਟ ਕਰ ਦਾਂਗੇ। ਠੀਕ ਹੈ ਜੀ, ਕਿੰਨੀ? 95 ਗੀਗਾਵਾਟ ਕਰ ਦਾਂਗੇ ਕਦੋਂ ਤੱਕ? 2025 ਤੱਕ। ਠੀਕ ਹੈ ਰਾਜੇ। ਹੁਣ ਜੇ ਮੈਂ ਤੁਹਾਡੀ ਰਿਵੀਜ਼ਨ ਕਰਾਵਾਂ, ਥੋੜੀ 1 ਮਿੰਟ ਦੇ ਵਿੱਚ ਰਿਵੀਜ਼ਨ ਕਰਵਾ ਦੇਣਾ। ਲੈ ਦੇਖੋ, ਘਬਰਾਉਣ ਦੀ ਜਮਾ ਲੋੜ ਨਹੀਂ। ਸਭ ਤੋਂ ਪਹਿਲਾਂ ਕਿਹੜਾ ਅਵਾਰਡ ਸੀ? ਲਾਈਫ ਟਾਈਮ ਅਚੀਵਮੈਂਟ ਅਵਾਰਡ ਕਿਹਨੂੰ ਮਿਲਿਆ? ਤੁਸੀਂ ਕਹਿੰਦਾ ਪ੍ਰਧਾਨ ਆਪਣੇ ਮਿਲਿਆ, ਫਾਰਮਰ ਜਿਹੜੇ ਆਪਣੇ PM ਰਹਿ ਚੁੱਕਿਆ ਮਨਮੋਹਨ ਸਿੰਘ ਨੂੰ ਮਿਲ ਚੁੱਕਿਆ ਹੈਗਾ। ਠੀਕ ਹੈ ਜੀ। ਇਹ ਤੋਂ ਬਾਅਦ ਅਗਲਾ ਕਿਹੜਾ ਸੀ? ਹਾਂ, UPSC ਦਾ ਨਵਾਂ DG ਕਿਹਨੂੰ ਲਾਤਾ? ਕਿਹਨੂੰ ਲਾਤਾ? ਹਰਜੀਤ ਸਿੰਘ ਰਘੂ ਨੂੰ। ਠੀਕ ਹੈ ਜੀ। ਕਿਹਨੂੰ ਰਿਪਲੇਸ ਕੀਤਾ? ਜੀ ਨੂੰ। ਕ੍ਰਿਟੀਕਲ ਟੈਕਨੋਲੋਜੀ ਦੇ ਵਿੱਚ US ਤੇ ਇੰਡੀਆ ਨੇ ਆਪਸ ਦੇ ਵਿੱਚ ਸਮਝੌਤਾ ਕੀਤਾ ਗਾ। ਠੀਕ ਹੈ ਰਾਜੇ, ਇਹ ਪੜ੍ਹ ਕੇ ਗਏ ਆ। ਹੋਰ ਇਹ 'ਚ ਕੋਈ ਚੀਜ਼ ਹੀ ਪੜ੍ਹੀ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕਿਹੜਾ ਸੀ? ਅਜੀਤ ਦੋਵਾਲ ਸੀ ਆਪਣਾ। ਓਕੇ। ਇਸ ਤੋਂ ਬਾਅਦ ਫਸਟ G20 ਦੀ ਮੀਟਿੰਗ ਕਿੱਥੇ ਹੋਈ ਹੈ? ਚੇਨਈ ਦੇ ਵਿੱਚ ਹੋਈ ਹੈ, ਐਜੂਕੇਸ਼ਨ ਵਾਲੀ ਹੋਈ ਹੈ ਜਿਹੜੀ। ਠੀਕ ਹੈ ਜੀ। ਬਾਇਓ ਏਸ਼ੀਆ 2023 ਦੇ ਵਿੱਚ ਕਿਹੜਾ ਦੇਸ਼ ਹੈ ਪਾਰਟਨਰ? UK। ਕਿੱਥੇ ਹੋ ਰਹੀ ਹੈ? ਹੈਦਰਾਬਾਦ ਦੇ ਵਿੱਚ ਹੋ ਰਹੀ ਹੈ, ਤੇਲੰਗਾਨਾ ਦੇ ਵਿੱਚ। ਬੀਮਾ ਐਡੀਸ਼ਨ ਹੈਗਾ, ਥੀਮ ਯਾਦ ਕਰ ਲਿਓ। ਠੀਕ ਹੈ ਰਾਜੇ। ਇਸ ਤੋਂ ਬਾਅਦ ਅਡਾਨੀ ਗਰੁੱਪ ਨੇ ਕਿਹੜੀ ਲੈ ਲਈ? ਹਾਈਫਾ ਪੋਰਟ ਲੈ ਲਈ। ਹਾਈਫਾ ਪੋਰਟ ਕਿੱਥੇ ਹੈ? ਇਜ਼ਰਾਈਲ ਦੇ ਵਿੱਚ। ਕਿੰਨੇ 'ਚ ਲੈ ਲਈ? 1 ਮਿੰਟ 2 ਬਿਲੀਅਨ ਦੇ ਵਿੱਚ ਲੈ ਲਈ। ਉਹਨਾਂ ਦਾ PM ਕੌਣ ਹੈ? ਬੰਜਾਨੀਆ ਨਤਾਨੀਆਹੂ। ਠੀਕ ਹੈ ਰਾਜੇ। PSU ਡਰਾਈਵ ਕਿਹਨੇ ਲਾਂਚ ਕੀਤਾ? ਨਿਊ ਇੰਡੀਆ ਇੰਸ਼ੋਰੈਂਸ ਨੇ। ਕਿਹਨੇ ਕਿਹਾ ਮਾਈਕਰੋ ATM ਵਧਾ ਦਿਓ? RBI ਨੇ। ਕਿਤੋਂ ਕਹਾ 95 ਗੀਗਾਵਾਟ ਸੋਲਰ ਮੋਡਿਊਲ ਜਾਰੀ ਕਰ ਲਾਂਗੇ 2025 ਤੱਕ। ਐਂ ਰਿਵੀਜ਼ਨ ਕਰ ਲਓ ਰਾਜੇ, ਇੱਕ ਲਾਈਨ ਦੇ ਵਿੱਚ ਤੁਹਾਡੇ ਸਾਰਾ ਕੁਝ ਯਾਦ ਹੋ ਰਿਹਾ ਹੈਗਾ। ਠੀਕ ਹੈ ਜੀ। ਹੁਣ ਆ ਗਿਆ ਆਪਾਂ 2 ਫਰਵਰੀ ਦੇ ਕਰੰਟ ਅਫੇਅਰਾਂ 'ਤੇ। ਸਭ ਤੋਂ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਆ ਰਾਜੇ। ਪਹਿਲਾ ਪ੍ਰਸ਼ਨ ਆਪਾਂ ਤੋਂ ਇਹੀ ਪੁੱਛਿਆ ਜਾਊਗਾ ਕਿ ਫਸਟ ਫੀਮੇਲ ਬਣੀ ਹੈ ਪ੍ਰਾਈਮ ਮਿਨਿਸਟਰ ਕਿੱਥੋਂ ਦੀ? ਇਕੁਆਟੋਰੀਆ ਗਿਨੀਆ। ਇਕੁਆਟੋਰੀਆ ਗਿਨੀਆ ਇੱਥੋਂ ਨਹੀਂ ਬਣੀ ਹੈ, ਪਹਿਲੀ ਔਰਤ ਬਣੀ ਹੈ ਰਾਜੇ। ਤਾਂ ਕਰਕੇ ਪ੍ਰਸ਼ਨ ਇੰਪੋਰਟੈਂਟ। ਇਹਦਾ ਨਾਮ ਕੀ ਹੈਗਾ? ਮੁਨੀਲਾ ਰੋਕਾਬੋਟੇ। ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਆ। ਜਾਂ ਸੋ ਤੋਂ ਪ੍ਰਸ਼ਨ ਇਹ ਬਣ ਸਕਦਾ ਗਾ ਕਿ ਜਿਹੜੀ ਮਨੀਲਾ ਰੋਕਾਬੋਟੇ ਕਿੱਥੋਂ ਦੀ PM ਬਣੀ ਹੈ, ਜਾਂ ਸੋ ਉੱਥੋਂ ਐਂ ਪੁੱਛਿਆ ਜਾ ਸਕਦਾ ਕਿ ਗਿਨੀਆ ਦੀ ਕਿਹੜੀ ਪਹਿਲੀ ਮਹਿਲਾ PM ਬਣੀ ਹੈ। ਤਾਂ ਵੀ ਤੁਸੀਂ ਦੋਨੇ ਨਾਮ ਮੇਰੇ ਵਿੱਚ ਨਾ ਯਾਦ ਰੱਖਣੇ ਆ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਆ, ਆਹ ਚੀਜ਼ ਤੋਂ ਇੰਪੋਰਟੈਂਟ ਹੈ। ਕਹਿੰਦੇ ਐਕੂਸ਼ੇ ਬੋਈ ਮੇਲੇ। ਐਕੂਸ਼ੇ ਬੋਈ ਮੇਲਾ ਜਿਹੜਾ, ਇਹਦਾ ਉਦਘਾਟਨ ਕਿਹਨੇ ਕੀਤਾ ਰਾਜੇ? ਇਹਦਾ ਉਦਘਾਟਨ ਕੀਤਾ ਬੰਗਲਾਦੇਸ਼ PM ਸ਼ੇਖ ਹਸੀਨਾ ਨੇ। ਪਹਿਲਾ ਪ੍ਰਸ਼ਨ ਇਹੀ ਬਣ ਗਿਆ ਕਿ ਬੰਗਲਾਦੇਸ਼ ਦਾ PM ਕੌਣ ਹੈਗੀ? ਸ਼ੇਖ ਹਸੀਨਾ। ਕੀ ਲਾਂਚ ਕੀਤਾ ਰਾਜੇ ਉਹਨਾਂ ਨੇ? 100 ਬੋਏ ਮੇਲਾ। ਦੂਜਾ ਪ੍ਰਸ਼ਨ ਇਹ ਪੁੱਛਿਆ ਜਾਂਦਾ ਸੀ ਕਿ ਆਹ ਜਿਹੜੀ ਮੇਲਾ ਹੈਗਾ ਕਿਹਨੇ ਲਾਂਚ ਕੀਤਾ ਗਾ? ਇਹ ਬੰਗਲਾਦੇਸ਼ ਨੇ ਲਾਂਚ ਕੀਤਾ ਗਾ। ਕਿੱਥੇ ਮਨਾਇਆ ਜਾਊਗਾ? ਇਹ ਢਾਕਾ ਦੇ ਵਿੱਚ। ਢਾਕਾ ਕੀ ਹੈ? ਬੰਗਲਾਦੇਸ਼ ਦੀ ਰਾਜਧਾਨੀ ਹੈ। ਦੇਖੋ ਐਂ ਚੀਜ਼ਾਂ ਯਾਦ ਕਰਨੀਆਂ ਤੁਸੀਂ। ਓਕੇ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਇਹੀ ਆਊਗਾ। ਠੀਕ ਹੈ ਜੀ। ਨਾਗਾਲੈਂਡ ਆ ਜਿਹੜਾ, ਓਕੇ ਜੀ, ਐਂਡ ਪੰਤਜਲੀ ਫੂਡ ਲਿਮਟਿਡ। ਨਾਗਾਲੈਂਡ ਪੰਤਜਲੀ ਫੂਡ ਲਿਮਟਿਡ ਨੇ ਪੌਮ ਤੇਲ ਦੀ ਕਾਸ਼ਤ ਲਈ ਕਿਹਦੇ ਨਾਲ ਦਸਤਖਤ ਕੀਤੇ ਹੈਗੇ? ਪੰਤਜਲੀ ਨਾਲ ਕੀਤੇ ਆ। ਬਸ ਇੰਨਾ ਯਾਦ ਕਰ ਲਿਓ, ਛੱਡ ਸਕਦੇ ਹੋ ਜੇ ਛੱਡਣਾ ਵੀ ਚਾਹੁੰਦੇ ਹੋ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਜਿਹੜੀ ਬ੍ਰਿਟਿਸ਼ ਮਨੋਰਚੀ ਹੈ, ਮਨੋਰਚੀ ਦਾ ਮਤਲਬ ਕੀ ਹੁੰਦਾ? ਸਭ ਤੋਂ ਪਹਿਲਾਂ ਤੁਸੀਂ ਇਹ ਸਮਝੋ। ਮਨੋਰਚੀ ਦੇਖੋ ਰਾਜੇ, ਜਿੱਥੇ ਰਾਜੇ ਜਾਂ ਮਹਾਰਾਜੇ ਬਣਦੇ, ਜਿਵੇਂ ਹੁਣ ਤੁਹਾਡੇ 'ਚ ਕੋਈ ਰਾਜਾ ਹੋਵੇ, ਗਾਹਾਂ ਦਾ ਪੁੱਤ ਬੇਟਾ ਬਣ ਜੇ, ਗਾਹਾਂ ਦੀ ਬੇਟਾ ਨਹੀਂ ਤਾਂ ਕੁੜੀ ਬਣ ਜੇ, ਐਂ ਗਾਹਾਂ ਦੀ ਗਾਹਾਂ ਇੱਕ ਪੀੜ੍ਹੀ ਚੱਲੀ ਆਵੇ। ਠੀਕ ਹੈ ਜੀ। ਉਹਨੂੰ ਮਨਾਰਚੀ ਕਹਿ ਦਿੰਦੇ ਆ। ਠੀਕ ਹੈ ਜੀ। ਇੱਥੇ ਡੈਮੋਕ੍ਰੇਸੀ ਦੀ ਗੱਲ ਨਹੀਂ ਹੁੰਦੀ ਮਨਾਰਚੀ ਦੇ ਵਿੱਚ। ਹੁਣ ਤੁਹਾਨੂੰ ਪਤਾ ਹੋਣਾ ਰਾਜੇ, ਜਿਹੜੀ ਐਲਿਜ਼ਾਬੈਥ ਸੀ ਇਹਦੀ ਡੈਥ ਹੋ ਗਈ। ਜਦੋਂ ਦੀ ਹੁਣ ਡੈਥ ਹੋ ਗਈ, ਉੱਥੋਂ ਦੀ ਸਰਕਾਰ ਨੇ, ਆਸਟ੍ਰੇਲੀਆ ਦੀ ਸਰਕਾਰ ਨੇ ਇੱਕ ਫੈਸਲਾ ਲਿੱਤਾ ਗਾ। ਕਹਿੰਦੇ ਜਿਹੜਾ $5 ਹੈਗਾ ਹੈ ਨਾ, ਉਹਦੇ ਉੱਤੇ ਇਹਨਾਂ ਦੀ ਫੋਟੋ ਨਹੀਂ ਲੱਗੂਗੀ। ਬਸ ਇਹ ਚੀਜ਼ ਯਾਦ ਕਰਨੀ ਹੈ। ਹੁਣ ਬਸ ਇਹੀ ਪੁੱਛਿਆ ਗਿਆ ਇਹਨਾਂ ਨੇ ਕਿ ਆਸਟ੍ਰੇਲੀਆ ਨੇ ਆਪਣੇ ਬੈਂਕ ਦੇ ਨੋਟਾਂ ਤੋਂ ਕਿਹਦੀ ਰਾਜਸ਼ਾਹੀ ਨੂੰ ਹਟਾ ਦਿੱਤਾ? ਤੁਸੀਂ ਕਹਿੰਦਾ ਕੁਈਨ ਐਲਿਜ਼ਾਬੈਥ 2 ਦੀ ਰਾਜਸ਼ਾਹੀ ਨੂੰ ਹਟਾਤਾ। ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਬਿਟਲੈਂਡ ਡੇ ਕਦੋਂ ਮਨਾਇਆ ਜਾਂਦਾ ਗਾ? 2 ਫਰਵਰੀ ਨੂੰ ਮਨਾਇਆ ਜਾਂਦਾ ਗਾ। ਤਾਂ ਬਿਟਲੈਂਡ ਡੇ ਦਾ ਥੀਮ ਜ਼ਰੂਰ ਯਾਦ ਕਰ ਲਓ। ਇਟ ਇਜ਼ ਦ ਟਾਈਮ ਆਫ ਦਾ ਬਿਟਲੈਂਡ ਰਿਸਟੋਰੇਸ਼ਨ। ਠੀਕ ਹੈ ਰਾਜੇ। ਵੈਰੀ ਵੈਰੀ ਇੰਪੋਰਟੈਂਟ। ਦੂਸਰਾ ਰਾਜੇ ਪ੍ਰਸ਼ਨ ਬਣੂਗਾ ਰਾਮਸਰ ਸਾਈਟਾਂ ਤੋਂ। ਜਿਹੜਾ ਰਾਮਸਰ ਸਾਈਟਾਂ ਦਾ ਕਨਵੈਨਸ਼ਨ ਸੀ, ਕਹਿੰਦੇ ਇਹ ਦਿਨ 2 ਫਰਵਰੀ 1971 ਨੂੰ ਰਾਮਸਰ ਸਾਈਟ ਸੀ ਈਰਾਨ ਵਿੱਚ ਬੈਟਲੈਂਡ ਬਾਰੇ ਸੰਮੇਲਨ ਨੂੰ ਅਪਣਾਉਣ ਦੀ ਨਿਸ਼ਾਨਦੇਹੀ ਕਰਦਾ ਹੈ। 1971 ਦੇ ਵਿੱਚ ਰਾਮਸਰ ਸਾਈਟਾਂ ਦਾ ਜਿਹੜਾ, ਹੁਣ ਆਪਾਂ ਕਹਿੰਦੇ ਫਲਾਣਾ ਰਾਮਸਰ ਸਾਈਟ ਦੇ ਵਿੱਚ ਸ਼ਾਮਲ ਕਰ ਲਈ ਫਲਾਨੀ ਚੀਜ਼, ਤਾਂ ਰਾਮਸਰ ਸਾਈਟ ਜਿਹੜੇ ਉਦਘਾਟਨ ਹੋਇਆ ਸੀ ਈਰਾਨ ਦੇ ਵਿੱਚ, ਉਹਦੀ ਫਾਊਂਡ ਹੋਈ ਸੀ 2 ਫਰਵਰੀ 1971 ਦੇ ਵਿੱਚ। ਇਹ ਵੀ ਡਾਟਾ ਨਾਲ ਯਾਦ ਰੱਖ ਲਿਓ। ਠੀਕ ਹੈ ਰਾਜੇ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਜਿਹੜਾ ਆਪਣਾ 23-24 ਦਾ ਬਜਟ ਹੈਗਾ, ਇਹ ਕਿਹਨੇ ਪੇਸ਼ ਕੀਤਾ? ਪਹਿਲਾ ਪ੍ਰਸ਼ਨ ਤਾਂ ਆਪਣਾ ਇੱਥੋਂ ਹੀ ਬਣ ਜਾਣਾ ਗਾ। ਇਹ ਬਜਟ ਕੀਤਾ ਗਾ ਆਪਣੀ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ। ਬਣ ਲੈਂਦਾ ਪ੍ਰਸ਼ਨ ਹੈ। ਇੱਥੋਂ ਪ੍ਰਸ਼ਨ ਬਣਦੇ ਫੁੱਲ ਚਾਂਸ ਹੈਗੇ। ਠੀਕ ਹੈ ਜੀ। ਜ਼ਰੂਰ ਦੱਸਿਓ। ਕਰੰਟ ਅਫੇਅਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿਵੇਂ ਮੈਂ ਕਿਹਾ ਉਵੇਂ ਤੁਸੀਂ ਯਾਦ ਕਰ ਸਕਦੇ ਹੋ। ਠੀਕ ਹੈ ਰਾਜੇ। ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਤੁਹਾਨੂੰ ਕਰਵਾਈ ਜਾਂਦੇ ਆ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਰਾਜੇ, ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ? ਕਹਿੰਦੇ ਲਦਾਖ ਨੇ ਆਪਦੀ ਫਸਟ ਬਾਇਓਡਾਇਵਰਸਿਟੀ ਹੈਰੀਟੇਜ ਸਾਈਟ ਆ ਜਿਹੜੀ, ਇਹ ਕਿਹਨੂੰ ਬਣਾਤਾ ਰਾਜੇ ਇਹਨਾਂ ਨੇ? ਤਾਂ ਇਹ ਬਣਾਤਾ ਜਾਇਆ ਤਸੋ। ਠੀਕ ਹੈ ਰਾਜੇ।
ਜਾਇਆ ਤਸੋ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਰਾਜੇ। ਪੁੱਛਿਆ ਜਾਊਗਾ ਕਿ ਜਾਂ ਤੋਂ ਇਹ ਪੁੱਛਿਆ ਜਾਊਗਾ ਕਿ ਜਿਹੜਾ ਜਾਇਆ ਤਸੋ ਹੈ ਇਹ ਕਿੱਥੋਂ ਦੀ ਹੈਰੀਟੇਜ ਸਾਈਟ ਹੈ, ਤੁਸੀਂ ਕਹਿੰਦੇ ਲਦਾਖ ਦੀ ਹੈਰੀਟੇਜ ਸਾਈਟ ਹੈ ਜਾਇਆ ਤਸੋ। ਜਾਂ ਤੋਂ ਪੁੱਛਿਆ ਜਾਊਗਾ ਕਿ ਲਦਾਖ ਦੀ ਫਸਟ ਬਾਇਓਡਿਵਰਸਿਟੀ ਹੈਰੀਟੇਜ ਸਾਈਟ ਕਿਹੜੀ ਹੈ, ਤੁਸੀਂ ਕਹਿੰਦਾ ਜਾਹਾ ਤਸੋ। ਪਹਿਲੀ ਇੰਪੋਰਟੈਂਟ ਚੀਜ਼ ਹੈਗੀ, ਠੀਕ ਹੈ। ਜਿਹੜਾ ਇਹ ਰਾਜੇ ਇਹ ਇੱਕ ਪੰਛੀ ਹੈਗਾ, ਇਟ ਇਜ਼ ਨੋਨ ਐਸ ਬਰਡ ਐਸ ਪੈਰਾਡਾਈਸ। ਇਹਨਾਂ ਪੰਛੀਆਂ ਨੂੰ ਫਿਰਦੌਸ ਵਜੋਂ ਜਾਣਿਆ ਜਾਂਦਾ ਹੈਗਾ, ਠੀਕ ਹੈ ਜੀ। ਇਟ ਇਜ਼ ਆਲਸੋ ਇੰਡੀਆ ਦਾ ਹਾਈਐਸਟ ਬਰੀਡਿੰਗ ਆਫ ਸਾਈਟ ਆਫ ਦਾ ਬਲੈਕ ਨੇਕਡ ਕਰੇਨ। ਕਹਿੰਦੇ ਇਹ ਕਾਲੇ ਨੇਕ ਕਰੇਨ ਦੇ ਭਾਰਤ ਵਿੱਚ ਸਭ ਤੋਂ ਉੱਚ ਪ੍ਰਜਨ ਸਥਾਨਾਂ ਵਿੱਚੋਂ ਇੱਕ ਹੈ। ਬਸ ਇੰਨੇ ਯਾਦ ਕਰ ਲਓ, ਉੱਚ ਸਥਾਨਾਂ ਦੇ ਵਿੱਚੋਂ ਇੱਕ ਹੈ ਪ੍ਰਜਨ ਦੇ ਵਿੱਚੋਂ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕਹਿ ਰਹੇ ਹੈ ਰਾਜੇ, ਇਹ ਤੁਸੀਂ ਛੱਡਣਾ ਤਾਂ ਛੱਡ ਸਕਦੇ ਹੋ, ਇੰਨਾ ਇੰਪੋਰਟੈਂਟ ਹੈ ਨਹੀਂ, ਠੀਕ ਹੈ ਰਾਜੇ। ਇਹ ਕੀ ਕਹਿ ਰਹੇ ਨੇ, ਕਹਿੰਦੇ ਆਸਟ੍ਰੇਡ ਨੇ CII ਦੇ ਕਿੱਤਾ ਮੁਖੀ ਸਿੱਖਿਆ ਸਿਖਲਾਈ ਪ੍ਰੋਗਰਾਮਾਂ ਤੇ ਸਹਿਮਤੀ ਦੇ ਪੱਤਰ ਤੇ ਸਾਈਨ ਕਰਤੇ, ਠੀਕ ਹੈ। ਕਹਿੰਦਾ ਮਤਲਬ ਕਿ ਆਸਟ੍ਰੇਡ ਅਤੇ CII ਦੇ ਵਿੱਚ ਆਪਸ ਦੇ ਵਿੱਚ ਸਮਝੌਤਾ ਹੋਇਆ, ਛੱਡਣਾ ਚਾਹੁੰਦੇ ਛੱਡ ਸਕਦੇ ਹੋ। ਆਹ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਰਾਜੇ। ਇਹਦੇ ਵਿੱਚ ਕੀ ਕਹਿ ਰਹੇ ਨੇ, ਕਹਿੰਦੇ ਜਿਹੜਾ ਮੈਡਰਿਡ ਇੰਟਰਨੈਸ਼ਨਲ ਬੁੱਕ ਫੇਅਰ ਆ ਰਾਜੇ, ਇਹਦੇ ਵਿੱਚ 2025 ਦੇ ਵਿੱਚ ਕਿਹੜਾ ਦੇਸ਼ ਥੀਮ ਦੇਸ਼ ਹੋਊਗਾ, ਠੀਕ ਹੈ ਜੀ। ਜਿਹੜਾ ਮੈਡਰਿਡ ਇੰਟਰਨੈਸ਼ਨਲ ਬੁੱਕ ਫੇਅਰ ਹੋਣ ਜਾ ਰਿਹਾ ਰਾਜੇ, ਉਹਦੇ ਵਿੱਚ ਥੀਮ ਦੇਸ਼ ਰੱਖਦੇ ਹੁੰਦੇ, ਜਿਵੇਂ ਹਰੇਕ ਚੀਜ਼ ਦਾ ਥੀਮ ਰੱਖਦੇ ਆ। ਹੁਣ ਮੰਨ ਲਓ ਮੈਂ ਕੱਲ੍ਹ ਨੂੰ ਕੋਈ ਮੰਨ ਲਓ ਲੈਕਚਰ ਲਾ ਰਿਹਾ ਮੈਂ, ਹੈ ਨਾ। ਇਹ ਲੈਕਚਰ ਦਾ ਮੇਰਾ ਥੀਮ ਕੀ ਹੈਗਾ, ਥੀਮ ਹੈਗਾ ਕਿ ਤੁਹਾਨੂੰ ਸਾਰੇ ਪੇਪਰਾਂ ਦੇ ਵਿੱਚ ਇਹਦੇ ਵਿੱਚੋਂ ਕਰੰਟ ਅਫੇਅਰ ਮਿਲ ਜਾਣ, ਮੇਰਾ ਥੀਮ ਇਹ ਹੈ। ਉਵੇਂ ਜਿਵੇਂ ਜਿਹੜਾ ਮੈਂਡੇਟ ਇੰਟਰਨੈਸ਼ਨਲ ਬੁੱਕ ਫੇਅਰ ਬੁੱਕਾਂ ਦਾ ਕਿਤਾਬਾਂ ਦਾ ਕਿ ਮੇਲਾ ਕਰਾਉਂਦਾ ਮੈਂਡੇਟ ਦੇ ਵਿੱਚ ਹੋਣਾ ਰਾਜੇ ਇਹ, ਠੀਕ ਹੈ ਜੀ। ਉਹਦੇ ਵਿੱਚ 2025 ਦੇ ਵਿੱਚ ਹੋਣਾ ਇਹ ਜਾ ਕੇ 2025 ਦੇ ਵਿੱਚ ਕਹਿੰਦੇ ਕਿਹੜਾ ਆਪਣਾ ਮਤਲਬ ਕਿਹੜਾ ਦੇਸ਼ ਥੀਮ ਹੋਊਗਾ ਉਦੋਂ, ਜਿਸ ਤੋਂ ਪੁੱਛਿਆ ਜਾਊਗਾ ਕਿ ਮੈਡਰਿਡ ਇੰਟਰਨੈਸ਼ਨਲ ਬੁੱਕ ਫੇਅਰ ਦੇ ਵਿੱਚ 2025 ਦੇ ਵਿੱਚ ਕਿਹੜਾ ਥੀਮ ਦੇਸ਼ ਹੋਊਗਾ, ਤਾਂ ਇੰਡੀਆ ਥੀਮ ਦੇਸ਼ ਹੋਊਗਾ, ਠੀਕ ਹੈ ਜੀ। ਇੱਕ ਗੱਲ ਧਿਆਨ ਨਾਲ ਸੁਣ ਲਓ। ਪਰ ਹੁਣ ਜਿਹੜਾ 2023 ਦੇ ਵਿੱਚ ਹੋਣ ਜਾ ਰਿਹਾ ਹੈਗਾ, ਇਹਦਾ 2025 ਵਾਲੇ ਦੇ ਵਿੱਚ ਆਪਾਂ ਦੱਸਦੇ ਕਿ ਜਿਹੜਾ 2025 ਦੇ ਵਿੱਚ ਮੈਂਡੇਟ ਇੰਟਰਨੈਸ਼ਨਲ ਬੁੱਕ ਫੇਅਰ ਹੋਣਾ, ਉਹਦੇ ਵਿੱਚ ਥੀਮ ਦੇਸ਼ ਜਿਹੜਾ ਹੈਗਾ ਉਹ ਇੰਡੀਆ ਹੈਗਾ। ਬਟ ਜਿਹੜਾ 2023 ਦੇ ਵਿੱਚ ਹੋ ਰਿਹਾ, ਹੁਣ ਕਿੱਥੇ ਹੋ ਰਿਹਾ, 46ਵੇਂ ਨੰਬਰ ਦਾ ਹੋ ਰਿਹਾ ਹੈਗਾ ਇੰਟਰਨੈਸ਼ਨਲ ਕਲਕੱਤਾ ਬੁੱਕ ਫੇਅਰ, ਕਲਕੱਤਾ ਦੇ ਵਿੱਚ ਹੋਇਆ। ਇਹਦੇ ਵਿੱਚ ਆਪਣਾ ਥੀਮ ਦੇਸ਼ ਕਿਹੜਾ ਹੈਗਾ, ਇਹਦੇ ਵਿੱਚ ਸਪੇਨ ਥੀਮ ਦੇਸ਼ ਹੈਗਾ, ਸਪੇਨ। ਇੰਨਾ ਇੰਪੋਰਟੈਂਟ ਪ੍ਰਸ਼ਨ ਹੈ ਰਾਜੇ। ਦੇਖੋ ਜੇ ਆਪਾਂ MCQ ਦੇ ਵਿੱਚ ਕਵਰ ਕਰਦੇ ਹਾਂ, MCQ ਦੇ ਵਿੱਚ ਇੰਨੀਆਂ ਚੀਜ਼ਾਂ ਕਵਰ ਨਹੀਂ ਹੋਣੀਆਂ। ਦੇਖੋ ਸਿਲੇਬਸ ਕੋਈ ਆਪਣਾ ਬਾਹਲਾ ਨਹੀਂ ਹੈਗਾ, ਆਪਾਂ ਸਿਰਫ ਇੱਕ ਕਰੰਟ ਅਫੇਅਰ ਪੜ੍ਹਨੇ ਆ ਪੁਲਿਸ ਵਾਲਿਆਂ ਨੇ, ਇੱਕ ਪੜ੍ਹਨੀ ਆ ਆਪਾਂ ਪੋਲਿਟੀ, ਠੀਕ ਹੈ ਜੀ। ਹੋਰ ਜਿਹੜੇ ਪਟਵਾਰੀ ਵਾਲੇ ਆ ਉਹਨਾਂ ਨੇ ਕਰੰਟ ਅਫੇਅਰ ਪੜ੍ਹਨੇ ਆ, ਪਲੱਸ ਪੜ੍ਹਨੀ ਆ ਤੁਸੀਂ ਮਾਡਰਨ ਹਿਸਟਰੀ, ਠੀਕ ਹੈ। ਇਹੀ ਮਾਡਰਨ ਹਿਸਟਰੀ ਅਤੇ ਪੋਲਿਟੀ ਵੀ ਤੁਸੀਂ ਨਾਲ ਨਾਲ ਕਰੀ ਚੱਲੋ, ਰਿਸਕ ਨਹੀਂ ਲੈਣਾ ਆਪਾਂ ਕਿਸੇ ਵੀ ਚੀਜ਼ ਦਾ, ਠੀਕ ਹੈ। ਤਾਂ ਕਰਕੇ ਕਰੰਟ ਅਫੇਅਰ ਅੱਜ ਆਪਾਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕਰਾਂਗੇ ਤੇ ਜਿੱਥੇ ਜਿੱਥੇ ਇੰਪੋਰਟੈਂਟ ਫੈਕਟ ਬਣੂਗਾ ਉੱਥੋਂ ਆਪਾਂ ਕਰਵਾਵਾਂਗੇ। ਜੇ ਤਾਂ ਰਾਜੇ ਪੇਪਰ ਦੇ ਵਿੱਚ ਪਾਸ ਹੋਣਾ ਫਿਰ ਤਾਂ ਠੀਕ ਹੈ। ਦੇਖੋ ਸੌਖੀ ਚੀਜ਼ ਵੱਲ ਕਦੇ ਨਾ ਜਾਓ, ਜੇ ਸੌਖੀ ਚੀਜ਼ ਵੱਲ ਜਾਣਾ ਤਾਂ ਕਿਸੇ ਹੋਰ ਚੈਨਲ ਤੋਂ ਪੜ੍ਹ ਲਓ ਫਿਰ, ਠੀਕ ਹੈ। ਕਿਉਂਕਿ ਮੈਂ ਕਰਵਾਊਂਗਾ ਰਾਜੇ ਉਹੀ ਚੀਜ਼ ਜਿਹੜੀ ਪੇਪਰ ਦੇ ਵਿੱਚ ਆਊਗੀ ਅਤੇ ਤੁਹਾਨੂੰ ਮਿਲੂਗੀ ਵੀ ਪੇਪਰ ਦੇ ਵਿੱਚ ਟਾਈਮ ਲਈ। ਦੇਖੋ ਕਰੰਟ ਅਫੇਅਰ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੰਨੇ ਜ਼ਿਆਦਾ ਕਰੰਟ ਅਫੇਅਰ ਆ, ਕੋਈ ਮਰਜ਼ੀ ਚੈਨਲ ਖੋਲ੍ਹ ਲਓ, ਤੁਹਾਡਾ ਦਿਲ ਨਹੀਂ ਕਰਨਾ, ਉਲਝ ਜਾਓਗੇ ਯਾਰ ਕਿੱਥੋਂ ਪੜ੍ਹੀਏ ਕਿੱਥੋਂ ਨਾ ਪੜ੍ਹੀਏ, ਠੀਕ ਹੈ। ਪਰ ਜਿੰਨੇ ਵੀ ਪੇਪਰ ਆਇਆ ਹੁਣ ਤੱਕ ਕਿਸੇ ਬੱਚਾ ਕੋਈ ਨਿਰਾਸ਼ ਨਹੀਂ ਹੋਇਆ, ਸਾਰਿਆਂ ਦੇ ਵਿੱਚ ਆਪਣੇ ਕਰੰਟ ਅਫੇਅਰ ਤੁਹਾਨੂੰ ਕਰਵਾਏ ਹੋਏ ਮਿਲਣਗੇ, ਠੀਕ ਹੈ ਜੀ। ਇੰਪੋਰਟੈਂਟ ਚੀਜ਼ਾਂ ਮੈਂ ਤੁਹਾਨੂੰ ਇਹੀ ਕਰਵਾਈ ਜਾਂਦਾਗਾ, ਠੀਕ ਹੈ ਜੀ। ਨੋਟਸ ਬਣਾਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ, ਇਸੇ ਨੋਟਸਾਂ ਤੋਂ ਹੀ ਤੁਸੀਂ ਰਿਵੀਜ਼ਨ ਕਰੀ ਚੱਲਿਓ ਆਪਦੀ, ਠੀਕ ਹੈ ਜੀ। ਹੱਥ ਰੱਖ ਕੇ ਰਿਵੀਜ਼ਨ ਕਰ ਲਿਆ ਕਰੋ, ਲੇਖ ਵਾਂਗੂ ਪੜ੍ਹੀ ਚੱਲਿਆ ਕਰੋ ਕਿ ਜਿਹੜਾ ਮੈਂਡੇਟ ਇੰਟਰਨੈਸ਼ਨਲ ਬੁੱਕ ਫੇਅਰ ਮੇਲਾ ਜੀ, ਇਹਦਾ 2025 ਦਾ ਥੀਮ ਕਿਹੜਾ ਹੋਊਗਾ, 25 ਦਾ ਥੀਮ ਹੋਊਗਾ ਇੰਡੀਆ। ਜਿਹੜਾ 2023 ਦੇ ਵਿੱਚ ਹੋ ਰਿਹਾ 46ਵੇਂ ਨੰਬਰ ਦਾ ਕਲਕੱਤਾ, ਇਹਦਾ ਥੀਮ ਕਿਹੜਾ ਇਹਦਾ ਹੋਊਗਾ ਸਪੇਨ। ਐਂ ਯਾਦ ਕਰ ਲਿਓ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਹਿੰਦੇ ਨਿਊ ਵਾਈਸ ਚੀਫ ਲਾਤਾ ਇੰਡੀਅਨ 에ਅਰ ਫੋਰਸ ਨੇ, ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ। ਨਿਊ ਵਾਈਸ ਚੀਫ ਲਾਤਾ ਕਿਹਨੇ, 에ਅਰ ਫੋਰਸ ਨੇ। ਕਿਹਨੂੰ ਲਾਤਾ ਰਾਜੇ, ਇਹ ਲਾਤਾ ਇਹਨਾਂ ਨੇ 에ਅਰ ਮਾਰਸ਼ਲ AP ਸਿੰਘ ਨੇ, AP ਸਿੰਘ ਨੇ ਲਾਤਾ। ਹੁਣ ਮੈਨੂੰ ਦੱਸੋਗੇ ਕਿ ਜਿਹੜਾ ਆਰਮੀ ਡੇ ਮਨਾਇਆ ਜਾਂਦਾ ਕਿਦੋਂ ਮਨਾਇਆ ਜਾਂਦਾ ਹੈਗਾ, ਆਰਮੀ ਡੇ ਮਨਾਇਆ ਜਾਂਦਾ ਹੈਗਾ 15 ਜਨਵਰੀ ਨੂੰ। ਵੈਰੀ ਇੰਪੋਰਟੈਂਟ। ਹੁਣ ਸੋ ਤੋਂ ਕਈ ਵਾਰੀ ਪੁੱਛ ਸਕਦੇ ਆ ਕਿ ਜਿਹੜਾ ਇਹ 에ਅਰ ਮਾਰਸ਼ਲ AP ਸਿੰਘ ਹੈਗਾ ਇਹਨੂੰ ਨਿਊ ਚੀਫ ਤਾਂ ਲਾਤਾ, ਇਹ ਤੋਂ ਪਹਿਲਾਂ ਕਿਹੜਾ ਸੀ। ਜੇ ਪੁੱਛਣਾ ਤੂੰ ਪਹਿਲਾਂ ਕਿਹੜਾ ਸੀ, ਤੁਸੀਂ ਕਹਿਣਾ ਕਿ ਇਦੋਂ ਪਹਿਲਾਂ ਹੈਗੀ ਸੀ 에ਅਰ ਮਾਰਸ਼ਲ ਸੰਦੀਪ ਸਿੰਘ, ਜਿਹੜੇ ਕਿ 1 ਫਰਵਰੀ 2023 ਦੇ ਵਿੱਚ ਰਿਟਾਇਰ ਹੋ ਗਏ। ਓਕੇ ਜੀ। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਆਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਹਿੰਦੇ DRDO ਦਾ ਸਭ ਤੋਂ ਪਹਿਲਾਂ ਹੈੱਡਕੁਆਟਰ ਵੀ ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ, ਕਿੱਥੇ ਹੈੱਡਕੁਆਟਰ, ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ। ਕਹਿੰਦੇ ਡਿਵੈਲਪ ਅਨਫੋਰਲਾਈਬਲ ਐਂਟੀਨਾ ਫੋਰ ਸਪੇਸ ਰਡਾਰ। DRDO ਨੇ ਸਪੇਸ ਰਡਾਰ ਲਈ ਅਨਫੋਰਲੇਬਲ ਐਂਟੀਨਾ ਵਿਕਸਿਤ ਕੀਤਾ। ਸੋ ਪੁੱਛਿਆ ਜਾਊਗਾ, ਕੀ ਪੁੱਛਿਆ ਜਾਊਗਾ ਸੋਥੋਂ ਕਿ ਅਨਫੇਵਰੇਬਲ ਐਂਟੀਨਾ ਜਿਹੜਾ ਕਿ ਸਪੇਸ ਰਡਾਰ ਵਾਸਤੇ ਵਰਤਿਆ ਜਾਊਗਾ, ਇਹ ਕੌਣ ਬਣਾ ਰਿਹਾ, ਤੁਸੀਂ ਕਹਿੰਦੇ DRDO ਬਣਾ ਰਿਹਾ ਹੈ। ਅਤੇ DRDO ਦਾ ਚੇਅਰਮੈਨ ਕਿਹੜਾ, ਮੈਨੂੰ ਕਮੈਂਟਾਂ ਦੇ ਵਿੱਚ ਦੱਸੋ। ਬੀ ਕਾਮਤ ਹੈ ਕਿ ਕੋਈ ਹੋਰ ਹੈ,
ਬੀ ਕਾਮਤ ਹੈ ਕਿ ਕੋਈ ਹੋਰ ਆ, ਕਮੈਂਟਾਂ ਦੇ ਵਿੱਚ ਦੱਸੋ। ਠੀਕ ਹੈ ਰਾਜੇ। ਆਹ ਮਿਲ ਕੇ ਬਣਾ ਰਿਹਾ ਰਾਜੇ, ਇਹ ਮਿਲ ਕੇ ਕਿਹਨੇ ਬਣਾ ਰਹੇ ਹੈਗੇ, ਇਹ ਮਿਲ ਕੇ ਬਣਾ ਰਿਹਾ LRDA ਦੇ ਨਾਲ। ਠੀਕ ਹੈ ਰਾਜੇ, ਬਸ ਇੰਨੀ ਯਾਦ ਕਰ ਲਓ, ਹੋਰ ਕੋਈ ਚੱਕਰ ਨਹੀਂ। ਕਾਫੀ ਕੰਮਾਂ ਦੇ ਵਿੱਚ ਆਪਾਂ ਨੂੰ ਰਡਾਰ ਕੰਮ ਦੇਊਗਾ, ਮਿਲਟਰੀ ਦੇ ਵਿੱਚ ਵੀ ਕੰਮ ਦੇਊਗਾ, ਇਸਰੋ ਵਾਲਿਆਂ ਨੂੰ ਵੀ ਕੰਮ ਦੇਊਗਾ, ਕਾਫੀ ਚੀਜ਼ਾਂ ਨੂੰ ਇਹ ਕੰਮ ਦੇਊਗਾ। ਇਸ ਤੋਂ ਬਾਅਦ ਅੱਜ ਆ ਗਿਆ ਆਪਾਂ ਤੀਸਰੀ 3 ਫਰਵਰੀ ਕਰੰਟ ਅਫੇਅਰਾਂ ਤੇ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸਭ ਤੋਂ ਪਹਿਲਾਂ ਆਪਰੇਸ਼ਨ ਕਿਹੜਾ ਬਣੂਗਾ, ਕਹਿੰਦੇ ਜਿਹੜਾ ਏਸ਼ੀਅਨ ਫੁੱਟਬਾਲ ਕੌਨਫੈਡਰੇਸ਼ਨ ਏਸ਼ੀਅਨ ਕੱਪ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਏਸ਼ੀਅਨ ਫੁੱਟਬਾਲ ਕੌਨਫੈਡਰੇਸ਼ਨ ਏਸ਼ੀਅਨ ਕੱਪ ਹੋਣਾ ਜਿਹੜਾ ਕਦੋਂ ਹੋਣਾ, 2027 ਦੇ ਵਿੱਚ ਹੋਣਾ। ਜਾਂ ਸੋ ਤੋਂ ਇਹ ਪੁੱਛ ਸਕਦੇ ਆ ਕਿ ਜਿਹੜਾ 2027 ਦੇ ਵਿੱਚ ਏਸ਼ੀਅਨ ਫੁੱਟਬਾਲ ਕੌਨਫੈਡਰੇਸ਼ਨ ਏਸ਼ੀਅਨ ਕੱਪ ਹੋਣਾ, ਇਹ ਕੌਣ ਹੋਸਟ ਕਰੂਗਾ, ਇਹ ਹੋਸਟ ਕਰੂਗਾ ਸਾਊਦੀ ਅਰੇਬੀਆ। ਇੰਨਾ ਜ਼ਿਆਦਾ ਇੰਪੋਰਟੈਂਟ ਪੋਜੀਸ਼ਨ ਆ, ਵੈਰੀ ਇੰਪੋਰਟੈਂਟ ਪੋਜੀਸ਼ਨ ਹੈ ਰਾਜੇ। ਸਾਡਾ ਪੇਪਰ ਦੇ ਵਿੱਚ ਪੁੱਛਿਆ ਹੀ ਜਾਊਗਾ ਕਿ ਜਾਂ ਤੋਂ ਇਹ ਪੁੱਛਿਆ ਜਾ ਸਕਦਾ ਕਿ ਸਾਊਦੀ ਅਰੇਬੀਆ ਕਦੋਂ ਹੋਸਟ ਕਰੂਗਾ ਏਸ਼ੀਅਨ ਫੁੱਟਬਾਲ ਕੌਨਫੈਡਰੇਸ਼ਨ ਏਸ਼ੀਅਨ ਕੱਪ ਨੂੰ 2027 ਦੇ ਵਿੱਚ। ਜਾਂ ਸੋ ਤੋਂ ਪੋਜੀਸ਼ਨ ਬਣਿਆ ਜਾ ਸਕਦਾ ਗਾ ਕਿ ਏਸ਼ੀਅਨ ਜਿਹੜਾ ਆਹ ਹੋਣਾ 2027 ਦੇ ਵਿੱਚ ਕਿਹੜੀ ਕੰਟਰੀ ਨੂੰ ਹੋਸਟ ਕਰੂਗੀ। ਇੱਥੋਂ ਤੱਕ ਹੁਣ ਇਹ ਤਾਂ ਆਪਾਂ ਕਰ ਲਾਂਗੇ, ਚਲੋ ਇਹ ਤਾਂ ਆਪਾਂ ਕਰ ਲਾਂਗੇ। ਜੇ ਆਪਾਂ ਤੋਂ ਪੁੱਛ ਲਿਆ ਕਿ 2023 ਦੇ ਵਿੱਚ AFC ਨੂੰ, ਆਲ ਏਸ਼ੀਅਨ ਫੁੱਟਬਾਲ ਕੌਨਫੈਡਰੇਸ਼ਨ ਨੂੰ, ਠੀਕ ਹੈ, ਕਿਹੜੀ ਕੰਟਰੀ ਹੋਸਟ ਕਰੂਗੀ, ਤੁਸੀਂ ਕਹਿੰਦਾ ਕਤਰ ਹੋਸਟ ਕਰੂਗੀ। ਠੀਕ ਹੈ ਰਾਜੇ, ਕਦੋਂ ਹੋਣ ਜਾ ਰਿਹਾ, ਜੂਨ 26 ਤੋਂ ਲੈ ਕੇ ਜੁਲਾਈ 16 2023 ਦੇ ਵਿੱਚ ਹੋ ਸਕਦੇ ਆ। ਅਤੇ ਸਾਊਦੀ ਅਰੇਬੀਆ ਦੀ ਗੱਲ ਚੱਲ ਰਹੀ ਹੈ ਤਾਂ ਸਾਊਦੀ ਅਰੇਬੀਆ ਦੀ ਕੈਪੀਟਲ ਕਿਹੜੀ ਹੈ ਰਾਜੇ, ਕੈਪੀਟਲ ਹੈਗੀ ਆ ਰਿਆਦ, ਅਤੇ ਕਰੰਸੀ ਕੀ ਹੈ, ਰਿਆਲ। ਇੰਨੇ ਜ਼ਿਆਦਾ ਇੰਪੋਰਟੈਂਟ ਪੋਜੀਸ਼ਨ ਆ ਰਾਜੇ, ਮੈਂ ਤੁਹਾਨੂੰ ਦੱਸਤਾ ਕਿ ਤੁਹਾਨੂੰ ਪੇਪਰ ਦੇ ਵਿੱਚ ਕੁਛ ਨਹੀਂ ਬਾਹਰੋਂ ਮਿਲਦਾ, ਯਕੀਨ ਕਰਕੇ ਪੜ੍ਹੀ ਚੱਲੋ। ਠੀਕ ਹੈ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਸਭ ਤੋਂ ਜ਼ਿਆਦਾ ਇੰਪੋਰਟੈਂਟ, ਕਹਿੰਦੇ ਇੰਡੀਆ ਦੀ ਫਸਟ ਹਾਈਡਰੋਜਨ ਟ੍ਰੇਨ ਆ ਰਾਜੇ, ਜਿਹੜੀ ਪਾਸੋਂ ਤੋਂ ਇੰਨੀ ਪੁੱਛਿਆ ਜਾਊਗਾ, ਮਨ ਲਾਈਨਰ ਦੇ ਵਿੱਚ ਯਾਦ ਕਰ ਲਿਓ। ਇੰਡੀਆ ਦੀ ਜਿਹੜੀ ਫਸਟ ਹਾਈਡਰੋਜਨ ਟ੍ਰੇਨ ਆ ਰਾਜੇ, ਇਹ ਕਦੋਂ ਤੱਕ ਚੱਲ ਪੂਗੀ ਆਪਣੀ, ਇਹ ਚੱਲ ਪੂਗੀ ਦਸੰਬਰ 2023 ਤੱਕ, ਇਹ ਪ੍ਰਸ਼ਨ ਬਣਨਾ ਆਪਣਾ। ਠੀਕ ਹੈ ਰਾਜੇ, ਹੁਣ ਤੁਹਾਨੂੰ ਪਤਾ ਹੈ, ਹੁਣ ਗੱਲ ਆ ਗਈ ਰੇਲਵੇ ਬਜਟ ਦੀ। ਤੁਹਾਨੂੰ ਪਤਾ 2023 ਤੇ 24 ਦਾ ਬਜਟ ਕਿਹਨੇ ਪੇਸ਼ ਕੀਤਾ, ਹੁਣੀ ਪੜ੍ਹ ਕੇ ਗਏ, ਨਿਰਮਲਾ ਸੀਤਾਰਮਨ ਨੇ ਕੀਤਾ ਗਾ। ਪਹਿਲੀ ਵਾਰੀ ਇੰਪੋਰਟੈਂਟ ਪੁੱਛਿਆ ਜਾ ਸਕਦਾ ਗਾ ਕਿਉਂਕਿ ਫੀਮੇਲ ਆ, ਤਾਂ ਕਰਕੇ ਇੰਪੋਰਟੈਂਟ ਪ੍ਰਸ਼ਨ ਬਣ ਜਾਂਦਾ। ਹੁਣ ਜੋ ਬਜਟ ਪਾਸ ਕੀਤਾ, ਜੋ ਰੇਲਵੇ ਦੀ ਗੱਲ ਆ ਗਈ ਤਾਂ ਰੇਲਵੇ ਦੇ ਵਿੱਚ ਪੁੱਛ ਸਕਦੇ ਕਿ ਰੇਲਵੇ ਦਾ ਕਿੰਨਾ ਬਜਟ ਪਾਸ ਕੀਤਾ ਨਾ, ਰੇਲਵੇ ਦਾ ਬਜਟ ਪਾਸ ਕੀਤਾ 2.4 ਲੱਖ ਕਰੋੜ। ਠੀਕ ਹੈ ਜੀ, ਬਸ ਇੰਨਾ ਯਾਦ ਕਰ ਲਓ। ਇਸ ਤੋਂ ਬਾਅਦ ਅਗਲਾ ਪ੍ਰਸ਼ਨ, ਇਹਨੂੰ ਤੁਸੀਂ ਜ਼ਿਆਦਾ ਡੀਪਲੀ ਲੈ ਕੇ ਨਹੀਂ ਜਾਣਾ। ਇਹ 'ਚ ਕੀ ਕਹਿ ਰਹੇ ਨੇ, ਕਹਿੰਦੇ ਜਿਹੜੀ ਕੋਆਪਰੇਟਿਵ ਮਿਨਿਸਟਰੀ ਹੈ ਰਾਜੇ, ਇਹਨੇ MOU ਸਾਈਨ ਕੀਤਾ ਗਾ PAC ਦੇ ਨਾਲ। ਕੀ ਨਾਲ, PAC ਦੇ ਨਾਲ। PAC ਦੇ ਨਾਲ ਕੀਤਾ, PAC ਦੇ ਵਿੱਚ ਕਿਹੜੀਆਂ ਬੈਂਕਾਂ ਆ ਜਾਂਦੀਆਂ ਰਾਜੇ, ਜਿਵੇਂ ਨਵਾਰਡ ਆ ਗਈ, CSE ਆ ਗਈ, ਇਨਫੋਰਮੇਸ਼ਨ IT ਆ ਗਈ, ਉਹਨਾਂ ਨੂੰ ਕਿਸੇ ਉਹਨਾਂ ਦੀ ਮਦਦ ਕਰਾਂਗੇ, ਤਾਂ ਕਰਕੇ ਇਹਨਾਂ ਨੇ ਕਿ PAC ਨਾਲ ਉਹ ਕੀਤਾ ਗਿਆ। ਇਹਨੂੰ ਇਹਨਾਂ ਡੀਪਲੀ ਜਾਣ ਦੀ ਲੋੜ ਨਹੀਂ, ਛੱਡ ਵੀ ਸਕਦੇ ਹੋ। ਆਹ ਪ੍ਰਸ਼ਨ ਨਹੀਂ ਤੁਸੀਂ ਛੱਡ ਸਕਦੇ, ਕਿਉਂ ਨਹੀਂ ਛੱਡ ਸਕਦੇ, ਕਹਿੰਦੇ ਸਭ ਤੋਂ ਪਹਿਲਾਂ ਤਾਂ ਇਹੀ ਪੁੱਛਿਆ ਜਾਊਗਾ ਕਿ ਜਿਹੜੀ PM ਕੁਸਮ ਯੋਜਨਾ, ਇਹਦੇ ਵਿੱਚ K ਦਾ ਕੀ ਮਤਲਬ ਹੈ, ਜਾਂ ਪੁੱਛਿਆ ਜਾ ਸਕਦਾ ਜੀ U ਦਾ ਕੀ ਮਤਲਬ ਹੈ, ਜਾਂ ਇਹ 'ਚ ਪੁੱਛਿਆ ਜਾ ਸਕਦਾ M ਦਾ ਕੀ ਮਤਲਬ ਹੈ। ਸਭ ਤੋਂ ਪਹਿਲਾਂ ਜਿਹੜੀ PM ਕੁਸਮ ਯੋਜਨਾ ਦੇ ਫੁੱਲ ਨਾਮ ਦੇਖ ਲਓ ਕੀ ਹੈ, ਇਹਦਾ ਫੁੱਲ ਨਾਮ ਹੈਗਾ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਏਵਮ ਉਥਾਨ ਮਹਾਭਿਆਨ। ਠੀਕ ਹੈ ਰਾਜੇ, ਇਹ PM ਕੁਸਮ ਯੋਜਨਾ ਦੀ ਫੁੱਲ ਹੈ। ਇਹਦੀ ਨਾ ਰਾਜੇ ਕੀ ਕੀਤਾ ਸੀ, ਇਹ ਜਦੋਂ ਸਕੀਮ ਚੱਲੀ ਸੀ, ਇਹ ਸਕੀਮ ਹੋਈ ਸੀ 2019 ਦੇ ਵਿੱਚ ਲਾਂਚ, 2019 ਦੇ ਵਿੱਚ ਲਾਂਚ ਕੀਤੀ ਗਈ। ਤੁਹਾਨੂੰ ਪਤਾ ਹੋਣਾ 2019 ਦੇ ਵਿੱਚ ਆ ਗਿਆ ਸੀ COVID-19, ਤਾਂ ਕਰਕੇ ਇਹ ਸਕੀਮ ਚੱਲੀ ਨਹੀਂ, ਗੱਲਬਾਤ ਬਣੀ ਜੀ ਨਹੀਂ ਕੋਈ ਇਹਨਾਂ ਤੋਂ। ਫਿਰ ਕੀ ਕੀਤਾ, ਹੁਣ ਮੋਦੀ ਸਾਹਿਬ ਨੇ ਕਹਿਤਾ, ਮੋਦੀ ਸਾਹਿਬ ਕਹਿੰਦੇ ਜਿਹੜੀ ਇਹ ਸਕੀਮ ਆਪਾਂ ਚਲਾਈ ਸੀ PM ਕੁਸਮ ਯੋਜਨਾ ਰਾਜੇ, ਠੀਕ ਹੈ ਜੀ, ਇਹਨੂੰ ਆਪਾਂ ਵਧਾ ਕੇ 2026 ਤੱਕ ਕਰ ਦੇਣਾ। ਹੁਣ ਪ੍ਰਸ਼ਨ ਇਹ ਬਣ ਸਕਦਾ ਕਿ PM ਕੁਸਮ ਯੋਜਨਾ ਦੀ ਫੁੱਲ ਫਾਰਮ ਯਾਦ ਕਰ ਲਿਓ, ਇੱਕ ਇਹ ਯੋਜਨਾ ਲਾਂਚ ਕਦੋਂ ਹੋਈ ਸੀ, ਇੱਕ ਇਹਦੀ ਵੈਲਿਡਿਟੀ ਕਿੱਥੋਂ ਤੱਕ ਵਧਾਤੀ। ਠੀਕ ਹੈ ਰਾਜੇ, ਇਹ ਪੁੱਛਿਆ। ਇਹਦੇ ਵਿੱਚ ਕੰਮ ਕੀ ਹੋਊਗਾ ਹੁਣ ਕੁਸਮ ਯੋਜਨਾ ਦੇ ਵਿੱਚ, ਕੁਸਮ ਯੋਜਨਾ ਦੇ ਵਿੱਚ ਇਹ ਹੈ ਕਿ ਜਿਹੜੀ ਆਪਾਂ ਸੂਰਜ ਤੋਂ ਰੌਸ਼ਨੀ, ਸੂਰਜ ਤੋਂ ਐਨਰਜੀ ਪ੍ਰਾਪਤ ਕਰਦੇ ਹਾਂ ਸੋਲਰ ਸਿਸਟਮ ਤੋਂ ਰਾਜੇ, ਉਹਨੂੰ ਆਪਾਂ ਵੱਧ ਤੋਂ ਵੱਧ ਬੜਾਵਾ ਦੇਣਾ ਗਾ, ਉਹ ਚੀਜ਼ ਹੈਗੀ ਹੈ। ਠੀਕ ਹੈ, ਇਸ ਤੋਂ ਬਾਅਦ ਪੁੱਛਿਆ ਜਾ ਸਕਦਾ ਕਿ ਮਿਨਿਸਟਰ ਕੌਣ ਆ ਆਪਣੇ, ਕਾਹਦਾ, ਰਿਨਿਊਏਬਲ ਐਨਰਜੀ ਦਾ, ਇਹ ਹੈਗਾ RK ਸਿੰਘ। ਪ੍ਰਸ਼ਨ ਇੱਥੋਂ ਵੀ ਬਣ ਸਕਦਾ ਗਾ। ਠੀਕ ਹੈ ਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਇੰਨਾ ਇੰਪੋਰਟੈਂਟ ਹੈ ਨਹੀਂ, ਯਾਦ ਕਰਨਾ ਚਾਹੁੰਦਾ ਕਰ ਸਕਦੇ ਹੋ। ਕਹਿੰਦੇ ਭਾਰਤ ਵਿੱਚ ਬੇਰੁਜ਼ਗਾਰੀ, ਕਹਿੰਦੇ ਜਨਵਰੀ ਦੇ ਵਿੱਚ 4 ਮਹੀਨਿਆਂ ਦੇ ਵਿੱਚ ਥੋੜ੍ਹੀ ਜਿਹੀ ਘਟ ਗਈ, ਕਿੰਨੀ ਘਟ ਗਈ, 7.14% ਤੇ ਆ ਗਈ, ਘਟ ਗਈ। ਠੀਕ ਹੈ ਰਾਜੇ, ਬਸ ਇੰਨਾ ਯਾਦ ਕਰ ਲਿਓ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਵਨ ਲਾਈਨਰ ਹੈ, ਕਹਿੰਦੇ K ਵਿਸ਼ਵਨਾਥ ਹੈ ਜਿਹੜਾ, ਵਿਸ਼ਵਨਾਥ ਦੀ ਡੈਥ ਹੋ ਗਈ, ਕੌਣ ਸੀ ਰਾਜੇ, ਇਹ ਇੱਕ ਫਿਲਮ ਮੇਕਰ ਸੀ, ਫਿਲਮਾਂ ਬਣਾਉਂਦਾ ਸੀ। ਠੀਕ ਹੈ ਜੀ, ਇੰਨੀ ਯਾਦ ਕਰ ਲਓ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਹਿੰਦੇ ਬਾਲ ਮਿੱਤਰਾ। ਠੀਕ ਹੈ ਤਾਂ ਜੀ, ਬਾਲ ਮਿੱਤਰਾ ਕੀ ਹੈ, ਇੱਕ WhatsApp ਚੈਟ ਬੋਟ ਹੈ। ਇਹ ਕਿਹਨੇ ਲਾਂਚ ਕੀਤੀ ਹੈ, ਇੰਨਾ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਆ, ਬਹੁਤ ਜ਼ਿਆਦਾ। ਇਹ ਲਾਂਚ ਕੀਤੀ ਹੈ DCPCR ਨੇ। DCPCR ਕੀ ਹੈ, ਦਾ ਦਿੱਲੀ ਕਮਿਸ਼ਨ ਆਫ ਦਾ ਪ੍ਰੋਟੈਕਸ਼ਨ ਆਫ ਦਾ ਚਿਲਡਰਨ ਰਾਈਟ। ਇਹਨੇ ਲਾਂਚ ਕੀਤੀ ਕਿ ਜੇ ਕਿਸੇ ਬੱਚੇ ਦਾ ਤੁਸੀਂ ਕੋਈ ਸ਼ੋਸ਼ਣ ਹੁੰਦਾ ਦੇਖਦੇ ਹੋ, ਕਿਸੇ ਬੱਚੇ ਦੀ ਕੋਈ ਮਤਲਬ ਉਹਦੇ ਫੰਡਾਮੈਂਟਲ ਰਾਈਟ ਦਾ ਕੁਛ ਵੀ ਤੁਸੀਂ ਨੁਕਸਾਨ ਹੁੰਦਾ ਦੇਖਦੇ ਹੋ, ਤਾਂ ਤੁਸੀਂ ਇਹਦੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਹੋ। ਬੱਚਿਆਂ ਵਾਸਤੇ ਚਲਾਏ ਨੇ, ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ। ਜਾਂ ਸੋ ਤੋਂ ਪੁੱਛਿਆ ਵੀ ਜਾ ਸਕਦਾ ਕਿ ਜਿਹੜਾ ਬਾਲ ਮਿੱਤਰਾ WhatsApp ਚੈਟ ਬੂਟ ਆ ਰਾਜੇ,
ठीक है। ये किन्ना वास्ते चलाया, ये बच्चों वास्ते चलाया गा। किने चलाया गा? DCPCR ने चलाया गा। ठीक है राजे। इस तो बाद अगला प्रश्न बहुत ज़्यादा इंपोर्टेंट है। हुण तुहानूं पुछया जा सकदा गा कि जिहड़ी आह त्रिशक्ति प्रहार, त्रिशक्ति का मतलब हैगा गा कि 3 फौजां ने इहदे विच भाग लैता गा। हुण प्रश्न पुछया जाऊगा कि जी त्रिशक्ति प्रहार हैगी ये किहड़ी कित्थों दी आर्मी ने एक्सरसाइज कीती है। सो तो इत्थे US मिलटरी भी लिखिया होऊगा, UK मिलटरी भी लिखिया होऊगा, इस तरह लिखिया होऊगा। तो तुहानूं पता होना चाहिए कि त्रिशक्ति जिहड़ी प्रहार हैगी, ठीक है राजे, एक्सरसाइज ये की जाती है इंडियन मिलटरी नाल। वेरी इंपोर्टेंट किहदे नाल कीती जाती है? इंडियन मिलटरी नाल कीती जाती है। ਇਹਨੂੰ त्रिशक्ति क्यों कहते हैं? क्योंकि ये 3 फौजां ने भाग लिता। किहड़ी ने? एक ये आर्मी ने भाग लिता है, दूजा ये इंडियन एयरफोर्स ने भाग लिता है, तीसरा ये भाग लिता गा CAPF ने भाग लिता राजी। ठीक है राजी, किने भाग लिता? CAPF ने भाग लिता गा। वेरी इंपोर्टेंट। CAP की फुल फार्म किसी कैंਡੀਡੇਟ ਨੂੰ पता? जे नहीं पता तो मैं तुहानूं दस दिंदा। ਇਹਦੀ फुल फार्म हैगी है राजे सेंट्रल आर्मड पुलिस फोर्स। ठीक है जी, इन्हें भाग लेता। प्रश्न त्रिशक्ति कौन करता? इंडियन मिलटरी करती है। त्रिशक्ति क्योंकि किन्ने ने भाग लेता? आ 3 ने भाग लेता। कि तुहानूं चौथी एक ऑप्शन होर दे देणगे, कहणगे दसो इन्हां चों किहने भाग नहीं लेता। ठीक है राजे। दूसरा प्रश्न थल्ले भी उही चीज़ हैगी। ठीक है राजे, ये कित्थे दा इंटीग्रेटेड फायर पावर, बस इन्नी याद कर लो, होर याद करने की लोड़ नहीं कुछ ज़्यादा। ठीक है। इस तो बाद अगला प्रश्न भी बहुत ज़्यादा इंपोर्टेंट है। कहते आल स्कूल आई हैल्थ प्रोग्राम, आल स्कूल आई हैल्थ प्रोग्राम है जिहड़ा वो किहड़ी स्टेट ने लॉन्च किया गा? ये लॉन्च किया गोवा ने। प्रश्न ऐ बनते हैं पेपर के प्रश्न आए बनते हैं, ध्यान नाल सुन लो। हुण जे वन लाइनर पढ़ोगे जिवें मैं तुहानूं पढ़ाई जाना विचलियां गल्लां, तो तुहाडे पेपर के तुहानूं सीधा पता लग जू कि आह गल करी सी आपां आल स्कूल आई हैल्थ की, आ पिया गोवा। ठीक है। तो जो हुण गोवा की गल चली पई, गोवा के सब तो पहलां भी पुर्तगाली आई सी, सब तो बाद भी पुर्तगाली गए 1961 के गोवा के विचों। ठीक है जी, ये चीज़ याद कर लो। हुण अगला प्रश्न की बनना? अगला प्रश्न बनना आह FIH। ठीक है जी, FIH। ठीक है जी, एक जी FIH हैगी हॉकी, हॉकी नूं कह दिंदे आ राजे। ठीक है जी, फेडरेशन इंडियन हॉकी इस तरह कह दिंदे आ। ठीक है। जिहड़ा अवार्ड का 2023 का ये किहनूं मिलिਆ? ये मिलिਆ राजे उड़ीसा के BK पंडौन नूं। उड़ीसा के BK पंडौन नूं FIH राष्ट्रपति पुरस्कार है जिहड़ा, FI प्रेजिडेंट राष्ट्रपति नहीं कह सकते, FI प्रेजिडेंट ही कहांगे। ठीक है, 2023 का सम्मानित किया गया है। ठीक है राजे, वेरी इंपोर्टेंट है। ये सम्मानित कित्थे कीता गया? इन्हां नूं सम्मानित कित्थे कीता गया? रूड़ेके भुवनेश्वर। हुण प्रश्न ये पूछा जाऊगा कि जिहड़ा फाइनल मैच होया सी काहदा? FIH का हॉकी का जिहड़ा फाइनल मैच होया सी कित्थे होया सी? भुवनेश्वर नगर रूड़ेके कला होया सी। ये प्रश्न बनूगा ही बनूगा। ठीक है राजे, इन्हूं हॉकीज वर्ल्ड कप 2023 भी कहा जाता है। ठीक है, इन्ना याद कर लियो। हाँ, आप प्रश्न पूछा जा सकता कि हाकी इंडिया का प्रेजिडेंट कौन है? दलीप तिरके। ठीक है जी, दलीप तिरके। इस तो बाद अगला प्रश्न इंपोर्टेंट है। कहते जिहड़ा रपेल है बराने, रपेल बर्मे ने रिटायर वो करती, अनाउंस करती है कि भाई मैं रिटायरमेंट लैंदा गा। ऐ पूछूगा कि खेड का संबंध किहदे नाल? इहदा संबंध है फुटबाल के नाल। ठीक है ना जी, वेरी इंपोर्टेंट। तो फुटबाल 1904 के बनिया सी फीफा का हैडकुआटर 1904 कित्थे? हैडकुआटर यूरप के। ठीक है, वेरी इंपोर्टेंट। किवें लगी करंट अफेयर क्लास राजी जरूर दस्सिओ। देखो कदे सौखी चीज़ वाल ना जाओ, मैं तुहानूं अज ही दसी जाना गा। हुण देखो जिहड़ियां मैं क्लासां ला रहा पहले थोड़ा लेवल छोटा हुंदा जी, हुण मैं लेवल हाई करदा जाना गा, तो थोड़ी चीक कढ़ा देनी है ऐतकी मैं। ठीक है, पर इन्ना पता गा जे तुसीं इत्थे मैं थोड़ी चीक कढ़ाती, पेपर दे विच तुसीं पेपर दीयां चीकां कढ़ा के आओगे, तुहाडे नाल वादा रहा अपना। ठीक है, तां करके राजे नौकरियां रोज़ नहीं आउंदियां हुंदियां। जे किसी कैंਡੀਡੇਟ ने तुहानूं दस्सिਆ कि अपना एक बैच भी लेता होया उन्होंने होर कोई बैच लैण की लोड़ नहीं हैगी, एक बैच तो अपनी पूरी वधिया तैयारी वो कर सकदा गा। ठीक है राजे, धन्नवाद मेरे दोस्तों, जिउंदे वसदे रहो।